ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇ ਬਰਾੜ। ਪਹਿਲਾਂ ਪੰਜਾਬ ਸਰਕਾਰ ਦੇ ਇੱਕ ਵੱਡੇ ਫੈਸਲੇ ਦਾ ਜ਼ਿਕਰ ਕਰਦੇ ਹਾਂ। ਪੰਜਾਬ ਦੇ ਵਿੱਚ ਦੁਕਾਨਾਂ ਖੋਲ੍ਹਣ ਦੇ ਸਮੇਂ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ, ਯਾਨੀ ਇਸ ਸਮੇਂ ਨੂੰ ਵਧਾ ਦਿੱਤਾ ਗਿਆ। ਹੁਣ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦੁਕਾਨਾਂ ਖੋਲ੍ਹਣ ਦਾ ਸਮਾਂ ਰੱਖਿਆ ਗਿਆ ਹੈ। ਕੱਲ ਤੋਂ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਵੀ ਖੁੱਲ੍ਹ ਰਹੇ ਨੇ, ਸੋ ਸ਼ਰਾਬ ਦੇ ਠੇਕੇ ਵੀ ਹੁਣ 8 ਘੰਟਿਆਂ ਦੇ ਲਈ ਖੁੱਲ੍ਹਣਗੇ। ਪੰਜਾਬ ਸਰਕਾਰ ਨੇ ਇਹ ਫੈਸਲਾ ਭੀੜ ਘੱਟ ਕਰਨ ਦੇ ਮੱਦੇਨਜ਼ਰ ਲਿਆ ਹੈ, ਯਾਨੀ 4 ਘੰਟਿਆਂ ਦੇ ਵਿੱਚ ਪੰਜਾਬ ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਜੇਕਰ 4 ਘੰਟੇ ਦੁਕਾਨਾਂ ਖੋਲ੍ਹਣ ਦਾ ਸਮਾਂ ਦਿੱਤਾ ਜਾਂਦਾ ਹੈ ਤਾਂ 4 ਘੰਟਿਆਂ ਦੇ ਵਿੱਚ ਭਾਰੀ ਭੀੜ ਜਿਹੜੀ ਹੈ ਉਹ ਦੁਕਾਨਾਂ ਤੇ ਵੇਖਣ ਨੂੰ ਮਿਲ ਸਕਦੀ ਹੈ। ਖਾਸ ਤੌਰ ਤੇ ਸ਼ਰਾਬ ਦੇ ਠੇਕਿਆਂ ਦੇ ਪਿਛਲੇ ਦਿਨਾਂ ਦੇ ਵਿੱਚ ਭਾਰੀ ਭੀੜ ਦੇਖਣ ਨੂੰ ਮਿਲੀ ਹੈ ਔਰ ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਉਸ ਨੂੰ ਵੇਖਦੇ ਹੋਏ ਕਿਤੇ ਨਾ ਕਿਤੇ ਪੰਜਾਬ ਸਰਕਾਰ ਵੱਲੋਂ ਹੁਣ ਇਹ ਫੈਸਲਾ ਲਿਆ ਗਿਆ ਹੈ ਕਿ ਸੂਬੇ ਦੇ ਵਿੱਚ ਵੱਖ-ਵੱਖ ਜਿਹੜੀਆਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਹੈ ਉਹ ਹੁਣ ਬਦਲ ਕੇ ਉਸ ਨੂੰ 7 ਵਜੇ ਤੋਂ ਲੈ ਕੇ 3 ਵਜੇ ਦਾ ਕਰ ਦਿੱਤਾ ਜਾਵੇ। ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਔਰ ਇਸ ਫੈਸਲੇ ਨੂੰ ਵੀ ਕੱਲ ਤੋਂ ਹੀ ਲਾਗੂ ਕਰ ਦਿੱਤਾ ਜਾਵੇਗਾ, ਯਾਨੀ ਹੁਣ ਸੂਬੇ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹ ਸਵੇਰੇ 7 ਵਜੇ ਤੋਂ 3 ਵਜੇ ਤੱਕ ਖੁੱਲ੍ਹਣਗੀਆਂ ਔਰ ਨਾਲ ਹੀ ਜਿਹੜੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਕੱਲ ਤੋਂ ਖੁੱਲ੍ਹਣੇ ਨੇ ਉਹ ਵੀ 7 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲ੍ਹਣਗੇ। ਇਹ ਹੁਣ ਨਵੇਂ ਜਿਹੜੀ ਸਮਾਂ ਸਾਰਨੀ ਆ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ। ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਨੇ ਹੋਰ ਜਾਣਕਾਰੀ ਦੇ ਲਈ। ਪੰਕਜ, 7 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਸਮਾਂ ਹੋ ਗਿਆ, ਯਾਨੀ ਕੁਝ ਘੰਟੇ ਵਧਾ ਦਿੱਤੇ ਗਏ ਨੇ। 9 ਤੋਂ 1 ਪਹਿਲਾਂ 4 ਘੰਟੇ ਸੀ, ਹੁਣ 7 ਤੋਂ 3 8 ਘੰਟੇ ਹੋ ਗਏ ਹੈ। ਕਿਤੇ ਨਾ ਕਿਤੇ ਇਹ ਜਿਹੜਾ ਫੈਸਲਾ ਹੈ, ਕਿਉਂਕਿ ਕੱਲ ਨੂੰ ਸ਼ਰਾਬ ਦੇ ਠੇਕੇ ਖੁੱਲ੍ਹ ਰਹੇ ਨੇ ਪੰਜਾਬ ਦੇ ਵਿੱਚ ਔਰ ਬਾਕੀ ਥਾਵਾਂ ਤੇ ਜਿਵੇਂ ਸ਼ਰਾਬ ਦੇ ਠੇਕਿਆਂ ਤੇ ਭੀੜ ਦਿਸੀ ਹੈ, ਚੰਡੀਗੜ੍ਹ ਹੋਵੇ, ਹਰਿਆਣਾ ਹੋਵੇ, ਜਿਹੜਾ ਮਰਜ਼ੀ ਸੂਬਾ ਹੋਵੇ, ਉਹਨਾਂ ਸੂਬਿਆਂ 'ਚ ਭਾਰੀ ਭੀੜ ਦੇਖਣ ਨੂੰ ਮਿਲੀ। ਕਿਤੇ ਨਾ ਕਿਤੇ ਇਸ ਫੈਸਲੇ ਨੂੰ ਉਸੇ ਰੌਸ਼ਨੀ 'ਚ ਲਿਆ ਗਿਆ ਦੇਖ ਸਕਦੇ ਹਾਂ। ਬਿਲਕੁਲ ਵਿਜੇ ਬਾਲ, ਕਿਉਂਕਿ ਲਗਾਤਾਰ ਫੀਡਬੈਕ ਜਿਹੜੀ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰੀ ਲੈ ਰਹੇ ਨੇ ਔਰ ਦੂਜੇ ਸੂਬਿਆਂ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਔਰ ਕਿਵੇਂ ਸੁਧਾਰ ਪੰਜਾਬ ਦੇ ਵਿੱਚ ਕੀਤਾ ਜਾ ਸਕਦਾ ਹੈ। ਇਹ ਇਸੇ ਵਜ੍ਹਾ ਕਰਕੇ ਲਗਾਤਾਰ ਤਬਦੀਲੀਆਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਦੀਆਂ ਨੇ ਔਰ ਇਸੇ ਵਜ੍ਹਾ ਕਰਕੇ ਕੈਬਨਿਟ ਦੇ ਵਿੱਚ ਕੁਝ ਫੈਸਲੇ ਜਿਹੜੀ ਕੈਬਨਿਟ 2 ਦਿਨ ਪਹਿਲਾਂ ਹੋਣੀ ਸੀਗੀ ਉਹ 2 ਦਿਨ ਲੇਟ ਯਾਨੀ ਕਿ ਪਰਸੋਂ ਕਰ ਦਿੱਤੀ ਗਈ ਔਰ ਪੰਜਾਬ ਦੇ ਮੁੱਖ ਮੰਤਰੀ ਕਈ ਤਬਦੀਲੀਆਂ ਜੋ ਡੀਸੀ ਤੋਂ ਫੀਡਬੈਕ, ਡਿਪਟੀ ਕਮਿਸ਼ਨਰ ਤੋਂ ਫੀਡਬੈਕ ਮਿਲਦੀ ਹੈ ਉਸੇ ਦੇ ਮੱਦੇਨਜ਼ਰ ਲੈ ਰਹੇ ਨੇ ਔਰ ਖਾਸ ਤੌਰ ਤੇ ਦਿੱਲੀ ਦੇ ਵਿੱਚ, ਚੰਡੀਗੜ੍ਹ ਦੇ ਵਿੱਚ ਜਦੋਂ ਸ਼ਰਾਬ ਦੀਆਂ ਦੁਕਾਨਾਂ ਖੁੱਲੀਆਂ ਤਾਂ ਕਿਤੇ ਕਿਤੇ 1-1 ਕਿਲੋਮੀਟਰ ਲੰਬੀਆਂ ਲਾਈਨਾਂ ਲੱਗੀਆਂ, ਕਿਤੇ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ, ਕਿਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨੀਆਂ ਪਈਆਂ। ਔਰ ਕੱਲ ਕਿਉਂਕਿ ਸ਼ਰਾਬ ਦੀਆਂ ਦੁਕਾਨਾਂ ਖੁੱਲ ਰਹੀਆਂ ਨੇ, ਕੱਲ ਪਹਿਲਾ ਦਿਨ ਹੋਏਗਾ, ਇਸ ਕਰਕੇ ਵੀ ਸਮਾਂ ਜਿਹੜਾ ਉਹ ਵਧਾ ਦਿੱਤਾ ਗਿਆ ਵਾ ਔਰ ਇਸ ਦੇ ਨਾਲ ਹੁਣ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ ਤੱਕ ਜਿਹੜਾ ਵਾ ਉਹ ਦੁਕਾਨਾਂ ਖੁੱਲਣਗੀਆਂ, ਚਾਹੇ ਸ਼ਰਾਬ ਦੀਆਂ ਦੁਕਾਨਾਂ ਹੋਣ ਜਾਂ ਫਿਰ ਜੋ ਰੋਜ਼ਮਰਾ ਦੁਕਾਨਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀਗੀਆਂ, ਉਹ ਦੁਪਹਿਰ 3 ਵਜੇ ਤੱਕ ਵਿਜੇਪਾਲ ਖੁੱਲਣਗੀਆਂ। ਔਰ ਇਸ ਦੇ ਨਾਲ ਇੱਕ ਚਰਚਾ ਇਹ ਵੀ ਸੀਗੀ ਕਿ ਪੰਜਾਬ ਸਰਕਾਰ ਹੁਣ ਇਹ ਫੈਸਲਾ ਵੀ ਲੈ ਰਹੀ ਹੈ ਕਿ ਜਿਹੜੀ ਸ਼ਰਾਬ ਹੈ ਉਹ ਠੇਕਿਆਂ ਦੇ ਬਾਹਰ, ਦੁਕਾਨਾਂ ਦੇ ਬਾਹਰ ਜ਼ਿਆਦਾ ਰਸ਼ ਨਾ ਹੋਵੇ, ਇਸ ਕਰਕੇ ਹੋਮ ਡਿਲੀਵਰੀ ਕਰਵਾਈ ਜਾਏਗੀ ਔਰ ਇਸ ਦਾ ਸਮਾਂ 1 ਵਜੇ ਤੋਂ ਲੈ ਕੇ ਪਹਿਲਾਂ 6 ਵਜੇ ਤੱਕ ਦਾ ਸੀਗਾ, ਲੇਕਿਨ ਹੁਣ ਇਹ 7 ਵਜੇ ਤੱਕ ਦਾ ਸਮਾਂ ਜਿਹੜਾ ਵਾ ਉਹ ਹੋ ਸਕਦਾ ਹੈ ਕਿ ਹੋਮ ਡਿਲੀਵਰੀ ਜਿਹੜੀ ਹੈ ਸ਼ਰਾਬ ਦੀ ਉਹ ਸ਼ਾਮ 7 ਵਜੇ ਤੱਕ ਕੀਤੀ ਜਾਵੇ। ਲੇਕਿਨ ਵਿਜੇਪਾਲ ਜਿਹੜੀ ਬੈਂਕ ਦੀ ਟਾਈਮਿੰਗ ਹੈ, ਜਿਹੜੇ ਬੈਂਕ ਨੇ ਉਹ 1 ਵਜੇ ਤੱਕ, ਜਿਹੜੇ 9 ਵਜੇ ਤੋਂ ਲੈ ਕੇ 1 ਵਜੇ ਤੱਕ ਬੈਂਕ ਜਿਹੜੇ ਨੇ ਉਹ ਖੁੱਲਣਗੇ, ਇਹ ਵੀ ਜਾਣਕਾਰੀ ਜਿਹੜੀ ਉਹ ਮਿਲ ਰਹੀ ਹੈ ਜੀ। ਔਰ ਪੰਕਜ, ਹੁਣ ਇਸ ਬਾਬਤ ਕਿਉਂਕਿ ਇਹ ਜਿਹੜੇ ਆਦੇਸ਼ ਨੇ ਇਹ ਸੀਐਮਓ ਲੈਵਲ ਤੇ ਲਏ ਗਏ ਨੇ, ਹੁਣ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਵੱਲੋਂ ਵੀ ਅਲੱਗ ਤੌਰ ਤੇ ਦਿਸ਼ਾ ਨਿਰਦੇਸ਼ ਕੀਤੇ ਜਾਣੇ ਨੇ। ਬਿਲਕੁਲ ਵਿਜੇਪਾਲ, ਕਿਉਂਕਿ ਡਿਪਟੀ ਕਮਿਸ਼ਨਰ ਨੂੰ ਕਰਫਿਊ ਦੇ ਦੌਰਾਨ ਪਾਵਰਾਂ ਹੁੰਦੀਆਂ ਨੇ ਕਿ ਅਗਰ ਕੋਈ ਤਬਦੀਲੀ ਕਰਨੀ ਹੈ, ਕਿਉਂਕਿ ਪੰਜਾਬ 3 ਜ਼ੋਨ ਦੇ ਵਿੱਚ ਹੈ, ਗ੍ਰੀਨ ਜ਼ੋਨ, ਰੈੱਡ ਜ਼ੋਨ ਔਰ ਔਰੇਂਜ ਜ਼ੋਨ। ਔਰ ਰੈੱਡ ਜ਼ੋਨ ਔਰ ਔਰੇਂਜ ਜ਼ੋਨ ਜ਼ਿਆਦਾਤਰ ਨੇ ਜਿੱਥੇ ਕੇਸਿਸ ਵੱਧਦੇ ਹੋਏ ਨਜ਼ਰ ਆਉਂਦੇ ਨੇ ਤਾਂ ਉੱਥੋਂ ਦੇ ਡੀਸੀ ਦੇ ਕੋਲ ਪਾਵਰਾਂ ਨੇ। ਅਗਰ ਕਿਤੇ ਲੱਗਦਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਦੇ ਸਾਹਮਣੇ ਭੀੜ ਜ਼ਿਆਦਾ ਹੋ ਰਹੀ ਹੈ ਜਾਂ ਫਿਰ ਕੋਈ ਤਬਦੀਲੀ ਕੀਤੀ ਜਾਣੀ ਹੈ ਤਾਂ ਉੱਥੋਂ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਤਬਦੀਲੀਆਂ ਕਰ ਸਕਦੇ ਨੇ। ਠੀਕ ਹੈ ਪੰਕਜ, ਧੰਨਵਾਦ ਇਸ ਜਾਣਕਾਰੀ ਦੇ ਲਈ। ਤਾਂ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਦੁਕਾਨਾਂ ਖੋਲ੍ਹਣ ਦਾ ਜਿਹੜਾ ਸਮਾਂ ਹੈ ਉਸ ਦੇ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ, ਯਾਨੀ ਉਹ ਸਮਾਂ ਵਧਾ ਦਿੱਤਾ ਗਿਆ ਹੈ। ਹੁਣ 7 ਵਜੇ ਤੋਂ ਲੈ ਕੇ 3 ਵਜੇ ਤੱਕ ਦੁਕਾਨਾਂ ਖੁੱਲ੍ਹਣ ਦਾ ਸਮਾਂ ਹੋਏਗਾ। ਕੱਲ ਤੋਂ ਸ਼ਰਾਬ ਦੇ ਠੇਕੇ ਵੀ ਖੁੱਲ੍ਹ ਰਹੇ ਨੇ ਔਰ ਸ਼ਰਾਬ ਦੇ ਠੇਕੇ ਖੁੱਲ੍ਹਣ ਦਾ ਸਮਾਂ ਵੀ 7 ਵਜੇ ਤੋਂ 3 ਵਜੇ ਤੱਕ
ਰਹੇਗਾ। ਇਸ ਬਾਰੇ ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਜ਼ਿਲ੍ਹਾਵਾਰ ਆਦੇਸ਼ ਜਾਰੀ ਕਰਨਗੇ। ਤਾਂ ਕਈ ਮਾਮਲੇ ਨੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਹੁਣ ਚਰਚਾ ਚੱਲ ਰਹੀ ਹੈ, ਜਾਂ ਕਹੀਏ ਕਿ ਸਿਆਸੀ ਬਿਆਨਬਾਜ਼ੀ ਵੀ ਦੇਖਣ ਨੂੰ ਮਿਲ ਰਹੀ ਹੈ। ਇੱਕ ਸ਼ਰਾਬ ਦੇ ਠੇਕਿਆਂ ਦੀ ਜਿਹੜੀ ਖੋਲ੍ਹਣ ਦੀ ਗੱਲ ਹੈ, ਜਾਂ ਸਰਕਾਰ ਦੇ ਰੈਵਨਿਊ ਜੁਟਾਉਣ ਦੀ ਗੱਲ ਹੈ, ਜਾਂ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਦੀ ਗੱਲ ਹੈ। ਔਰ ਇੱਕ ਜਿਹੜਾ ਸ਼ਰਧਾਲੂਆਂ ਨੂੰ ਲੈ ਕੇ ਜਿਹੜੀ ਉਹ ਵੀ ਸਿਆਸਤ ਪੱਕੀ ਹੋਈ ਹੈ। ਖਾਸ ਤੌਰ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਦਾ ਜਦੋਂ ਬਿਆਨ ਆਇਆ ਤਾਂ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਗ ਗਈ। ਪੰਜਾਬ ਦੇ ਜਿਹੜੇ ਸਿੱਖ ਆਗੂ ਨੇ, ਸਿਆਸੀ ਆਗੂ ਨੇ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹਨਾਂ ਵੱਲੋਂ ਦਿਗਵਿਜੇ ਸਿੰਘ ਦੇ ਬਿਆਨ ਦੀ ਨਾ ਸਿਰਫ ਨਿੰਦਾ ਕੀਤੀ ਗਈ, ਬਲਕਿ ਦਿਗਵਿਜੇ ਸਿੰਘ ਤੇ ਕੇਸ ਤੱਕ ਦਰਜ ਕਰਵਾ ਦਿੱਤਾ ਗਿਆ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ। ਉਧਰ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਦਿਗਵਿਜੇ ਸਿੰਘ ਦੇ ਬਿਆਨ ਨੂੰ ਗਲਤ ਠਹਿਰਾਇਆ। I think this is absolutely unnecessary ਜਿਹੜੀ ਸਟੇਟਮੈਂਟ ਦਿਗਵਿਜੇ ਸਿੰਘ ਜੀ ਨੇ ਕੀਤੀ, ਕੰਪੇਅਰਿੰਗ ਲੈਟ ਅਸ ਸੇ ਤਬਲੀਗੀ ਜਮਾਤ ਲੈ ਕੇ ਆਈ ਹੈ, 1000 ਬੰਦਾ ਆ ਗਿਆ ਪੰਜਾਬ ਦੇ ਵਿੱਚ, ਆਈ ਡੋਨਟ ਨੋ ਹਾਊ ਮਨੀ ਕੇਮ ਫਾਈਨਲੀ, ਜਿਹੜੇ ਆ ਗਏ ਔਰ ਬਿਮਾਰੀ ਲੈ ਆਏ ਨੇ। ਹੁਣ ਆਪਾਂ ਕੀ ਕਰੀਏ, ਉਹ ਵੀ ਪੰਜਾਬੀ ਨੇ, ਆਪਾਂ ਕੱਢ ਦਈਏ ਪੰਜਾਬ ਦੇ ਵਿੱਚੋਂ। Now this is no way of talking like this, we comparing it with ਤਬਲੀਗੀ ਜਮਾਤ, they have their religion, ਸਾਡਾ ਆਪਣਾ ਧਰਮ ਹੈ, ਕਿਸੇ ਦਾ ਹਿੰਦੂ ਧਰਮ ਹੈ, ਕਿਸੇ ਦਾ ਮੁਸਲਿਮ, ਕਿਸੇ ਈਸਾਈ, ਕੋਈ, they are all Punjabis। ਅਗਰ ਲਿਆਏ ਨੇ, ਗਲਤੀ ਕੀਤੀ ਉਹਨਾਂ ਨੇ, they should have come and reported their medical tests and ਅਸੀਂ ਟੈਸਟ ਉਹਨਾਂ ਦੇ ਕਰਾ ਦਿੰਦੇ। ਲੇਕਿਨ ਉਹੀ ਬੱਚੇ ਜਿਹੜੇ ਆ ਕੇ who brought ਜਿਹੜੀ ਦਵਾਈ ਲੈ ਕੇ ਆਪਣੇ ਬਿਮਾਰੀ ਲੈ ਕੇ ਆਏ ਸੀ ਉਰੇ from ਤਬਲੀਗੀ ਜਮਾਤ, ਉਹ ਡਾਕਟਰ ਜਾ ਕੇ ਆਪਣਾ ਪਲਾਜ਼ਮਾ ਦੇ ਕੇ ਆਏ ਨੇ for testing, for use on other patients. So I think why do we always divide everything up on religious matters? ये गलत बात नहीं, क्यों, why are you bringing it? मैं पढ़िया ने बहुत सिख इंटेलेक्चुअल्स बोल रहे हैं, फलाना बोल रहे हैं, टिमका बोल रहे हैं, what is the need to talk about this? महाराष्ट्र गवर्नमेंट ने, दी डिस्ट्रिक्ट एडमिनिस्ट्रेशन ने ਉਹਨਾਂ ਦੀ 3 ਬਾਰ ਦਿੱਤੀ ਹੈ this thing, they take the temperature of forehead ਤੋਂ, ਇਹ ਕਹਿੰਦੇ ਸਕੈਨਿੰਗ, what they call it, ਹਾਂ ਸਕਰੀਨਿੰਗ ਉਹਨਾਂ ਨੇ ਕੀਤੀ, ਜੈਸੇ ਕਿ 4 ਬਾਰ ਹੋਈ ਹੈ। ਜਿਹੜੇ ਆਏ ਸੀ ਵਾਪਸ, ਮੇਰੇ 1-2 ਨਾਲ ਗੱਲ ਹੋਈ ਸੀ, ਮੈਂ ਕਿਹਾ ਕੀ ਉਹਨਾਂ ਨੇ ਕੀਤਾ, ਕਹਿੰਦੇ ਜੀ ਸਾਨੂੰ ਉਹ ਲਾ ਕੇ ਟੈਂਪਰੇਚਰ ਦੇਖਿਆ ਸੀ ਸਾਡਾ। ਮੈਂ ਕਿਹਾ ਕੋਈ ਖੂਨ ਦਾ ਸੈਂਪਲ ਲਿੱਤਾ ਸੀ, ਕਹਿੰਦੇ ਨਾ ਜੀ ਉਹ ਨਹੀਂ ਲਿੱਤਾ ਸਾਡਾ। ਸੋ ਦੇ ਡਿਡਨਟ ਡੂ ਦੀ ਐਕਚੁਅਲ ਕੋਰੋਨਾ ਵਾਸਤੇ, ਸਿਰਫ ਟੈਂਪਰੇਚਰ ਵਗੈਰਾ ਉਹਨਾਂ ਨੇ ਇਹ ਚੈੱਕ ਕੀਤੀ ਸੀ। ਬਟ ਦੈਟ ਇਜ਼ ਨਾਟ ਦ ਪੁਆਇੰਟ। ਦ ਪੁਆਇੰਟ ਇਜ਼ ਕਿ ਜਦੋਂ ਉਹਨਾਂ ਨੂੰ ਓਕੇ ਚਿੱਟ ਮਿਲੀ ਹੈ ਆਉਣ ਵਾਸਤੇ, ਦੇ ਸ਼ੁੱਡ ਹੈਵ ਡਨ ਅ ਪ੍ਰੋਪਰ ਚੈੱਕ ਐਂਡ ਸੈਂਟ ਦਮ। ਮੈਂ ਨਹੀਂ ਐਕਸਪੈਕਟ ਕਰਦਾ ਸੀ ਕਿ ਇੰਨੇ ਆਉਣਗੇ। ਇਹ ਜ਼ਰੂਰ ਸੀ ਕਿ ਮਹਾਰਾਸ਼ਟਰ ਦਾ ਸਾਨੂੰ ਪਤਾ ਲੱਗ ਰਿਹਾ ਸੀ ਕਿ ਬੰਬੇ ਦੇ ਵਿੱਚ ਇੰਨਾ ਹੋ ਗਿਆ ਐਂਡ ਮਹਾਰਾਸ਼ਟਰ 'ਚ ਇੰਨਾ ਫੈਲ ਗਿਆ, ਪਰ ਕਿ ਸਾਡੇ ਨੰਦੇੜ ਦੇ ਵਿੱਚ, ਆਫਟਰ ਨੰਦੇੜ ਕੀ ਹੈ, ਨੰਦੇੜ ਤਾਂ ਸ਼ਹਿਰ ਹੈ, ਹਜ਼ੂਰ ਸਾਹਿਬ ਤਾਂ ਗੁਰਦੁਆਰਾ ਸਾਹਿਬ ਹੈ ਉਹਦੇ ਵਿੱਚ। ਬੇਸਿਕਲੀ ਸ਼ਹਿਰ ਨੂੰ ਜਦ ਬੰਦਾ 40 ਦਿਨ ਤੋਂ ਤੁਸੀਂ ਬੈਠੇ ਹੋ ਉੱਥੇ ਨੰਦੇੜ ਦੇ ਵਿੱਚ, ਤੁਸੀਂ ਬਾਜ਼ਾਰ 'ਚ ਜਾਓਗੇ, ਤੁਸੀਂ ਕੁਝ ਖਾਓਗੇ ਉੱਥੇ, ਕੁਝ ਪੀਓਗੇ ਉੱਥੇ, ਦੈਟ ਇਜ਼ ਦ ਸਿਸਟਮ। ਜਿਹੜਾ ਮਿਊਕਸ ਦੇ ਨਾਲ ਇਹ ਸਪਰੈਡ ਹੁੰਦਾ ਹੈ, ਦੈਟ ਮੀਨਸ ਫਰੋਮ ਫੂਡ ਐਂਡ ਡਰਿੰਕ, ਉਹਦੇ ਨਾਲ ਇਹ ਸਪਰੈਡ ਹੁੰਦੀ ਹੈ। ਇਹ ਹੁਣ ਲੋਕਾਂ ਨੇ ਸ਼ੁਰੂ ਕਰਤਾ, ਦੇਖੋ ਜੀ, ਕਿ ਹਜ਼ੂਰ ਸਾਹਿਬ ਦੇ ਜਿਹੜੇ ਸ਼ਰਧਾਲੂ ਆਏ ਨੇ ਉਹਦੇ 'ਤੇ ਲੋਕ ਬੋਲਣ ਲੱਗ ਗਏ। ਇਹਦਾ ਕੋਈ ਨਹੀਂ। ਹੁਣ ਅੰਮ੍ਰਿਤਸਰ ਦੇ ਵਿੱਚ ਕੋਵਿਡ ਹੈ, ਉਹਦਾ ਮਤਲਬ ਦਰਬਾਰ ਸਾਹਿਬ ਨੇ ਤਾਂ ਨਹੀਂ ਲੈ ਕੇ ਆਇਆ। ਪਟਿਆਲੇ ਵਿੱਚ ਦੁਖਨਿਵਾਰਨ ਸਾਹਿਬ ਹੈ, ਪਟਿਆਲਾ ਸ਼ਹਿਰ ਦੇ ਵਿੱਚ, ਲੇਕਿਨ ਇਟ ਡਜ਼ਨਟ ਮੀਨ ਕਿ ਦੁਖਨਿਵਾਰਨ ਸਾਹਿਬ ਲੈ ਕੇ ਆਇਆ ਕੋਵਿਡ। ਸੋ ਦੀਸ ਸੌਰਟ ਆਫ ਥਿੰਗਸ ਆ, ਸਿਰਫ ਸਿਆਸਤ ਚੱਲ ਰਹੀ ਹੈ ਅਨਫੋਰਚੁਨੇਟਲੀ। ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਤੁਸੀਂ ਸੁਣਿਆ। ਇਸ ਵੇਲੇ 2 ਚੀਜ਼ਾਂ ਦੀ ਚਰਚਾ ਸਭ ਤੋਂ ਜ਼ਿਆਦਾ ਚੱਲ ਰਹੀ ਹੈ। ਇੱਕ ਤੇ ਸ਼ਰਧਾਲੂਆਂ ਨੂੰ ਲੈ ਕੇ ਜੋ ਸਿਆਸਤ ਹੋ ਰਹੀ ਹੈ, ਔਰ ਦੂਸਰਾ ਜਿਹੜਾ ਪੰਜਾਬ ਦੇ ਵਿੱਚ ਹੁਣ ਕਰਫਿਊ ਦੇ ਵਿੱਚ ਢਿੱਲ ਦਿੱਤੀ ਗਈ ਹੈ, ਦੁਕਾਨਾਂ ਖੋਲ੍ਹੀਆਂ ਜਾਣੀਆਂ, ਕਿੰਨੀ ਤੋਂ ਕਿੰਨੀ ਦੇਰ ਤੱਕ ਖੋਲ੍ਹੀਆਂ ਜਾਣੀਆਂ, ਕਿਸ ਤਰੀਕੇ ਦੀ ਸਟ੍ਰੈਟਜੀ ਹੋਏਗੀ, ਔਰ ਖਾਸ ਤੌਰ ਤੇ ਸ਼ਰਾਬ ਦੇ ਠੇਕਿਆਂ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈ। ਇਸ ਵੇਲੇ ਸਾਡੇ ਨਾਲ ਬਿਕਰਮ ਸਿੰਘ ਮਜੀਠੀਆ ਜੁੜ ਗਏ ਨੇ, ਜਿਨ੍ਹਾਂ ਵੱਲੋਂ ਖਾਸ ਤੌਰ ਤੇ ਇਹ ਮੁੱਦੇ ਉਭਾਰੇ ਗਏ ਨੇ ਪਿਛਲੇ ਦਿਨਾਂ ਦੇ ਵਿੱਚ, ਚਾਹੇ ਸ਼ਰਾਬ ਦੇ ਠੇਕਿਆਂ ਦਾ ਮੁੱਦਾ ਹੋਵੇ, ਚਾਹੇ ਜਿਹੜਾ ਸ਼ਰਧਾਲੂਆਂ ਨੂੰ ਲੈ ਕੇ ਜੋ ਬਿਆਨਬਾਜ਼ੀ ਪਿਛਲੇ ਦਿਨਾਂ ਦੇ ਵਿੱਚ ਕੀਤੀ ਗਈ ਹੈ। ਬਿਕਰਮ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਮੇਰੀ ਆਵਾਜ਼ ਪ੍ਰੋਪਰ ਮਿਲ ਰਹੀ ਹੈ ਤੁਹਾਨੂੰ? ਹਾਂਜੀ, ਮੈਨੂੰ ਮਿਲ ਰਹੀ ਹੈ ਜੀ। ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਵਿਕਰਮ ਜੀ, ਮੇਰਾ ਸਵਾਲ ਪਹਿਲਾਂ ਦਿਗਵਿਜੇ ਸਿੰਘ ਵਾਲੀ ਸਟੇਟਮੈਂਟ ਤੇ ਹੈ। ਪਹਿਲੀ ਗੱਲ ਤੇ ਪਹਿਲਾਂ ਵੀ ਬੜੀ ਸਾਰੀ ਬਿਆਨਬਾਜ਼ੀ ਹੁੰਦੀ ਹੈ, ਬਹੁਤ ਸਾਰੇ ਲੀਡਰ ਬਿਆਨਬਾਜ਼ੀ ਕਰਦੇ ਨੇ, ਖਾਸ ਤੌਰ ਤੇ ਤੁਹਾਡੇ ਵੱਲੋਂ ਜਾ ਕੇ ਪਰਚਾ ਦਰਜ ਕਰਾਉਣ ਦੀ ਜਿਹੜੀ ਖਾਸ ਵਜ੍ਹਾ ਕੀ ਰਹੀ? ਕਿਉਂਕਿ ਪਹਿਲਾਂ ਵੀ ਸਿਆਸਤ ਦੇ ਵਿੱਚ ਅਸੀਂ ਐਸੀ ਬਿਆਨਬਾਜ਼ੀ ਦੇਖਦੇ ਹਾਂ, ਪਰ ਪਰਚਾ ਦਰਜ ਕਰਵਾਉਣਾ
ਤੁਸੀਂ ਜਿਹੜਾ ਕਰਵਾਇਆ ਜਾ ਕੇ, ਇਸ ਦੀ ਖਾਸ ਵਜ੍ਹਾ ਕੀ ਹੈ? ਜਿਹੜੀ ਪਹਿਲਾ ਸਵਾਲ ਮੇਰਾ ਇਹ ਹੈ। ਦੇਖੋ, ਸਭ ਤੋਂ ਪਹਿਲਾਂ ਬਰਾੜ ਸਾਹਿਬ ਇਹ ਗੱਲ ਸਮਝਣ ਦੀ ਲੋੜ ਹੈ ਕਿ ਕੱਲਾ ਮੇਰੇ ਮਨ 'ਚ ਨਹੀਂ, ਮੈਂ ਤਾਂ ਸੁਭਾਵਿਕ ਆ, ਆਈ ਵਾਸ ਡੀਪਲੀ ਹਰਟ, ਮਗਰ ਮੈਂ ਸਮਝਦਾ ਜਿੰਨੇ ਵੀ ਇਨਸਾਫ ਪਸੰਦ ਲੋਕ ਨੇ ਜਾਂ ਚੰਗੀ ਸੋਚ ਰੱਖਣ ਵਾਲੇ ਲੋਕ ਨੇ ਜਾਂ ਗੁਰੂ ਦੇ ਸਿੱਖ ਨੇ, ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਇਸ ਗੱਲ ਦਾ ਬੜਾ ਵੱਡਾ ਰੋਸ ਆਇਆ ਕਿ ਜ਼ਿੰਮੇਵਾਰ ਲੋਕ ਇੱਕ ਤੋਂ ਬਾਅਦ ਇੱਕ ਬਿਆਨ, ਗੈਰ ਜ਼ਿੰਮੇਵਾਰਾ ਬਿਆਨ। ਦੇਖੋ, ਦਿਗਵਿਜੇ ਸਿੰਘ ਕੋਈ ਛੋਟੇ ਮੋਟੇ ਸਿਆਸਤਦਾਨ ਨਹੀਂ ਹੈ, 10 ਸਾਲ ਉਹ ਮੁੱਖ ਮੰਤਰੀ ਰਹਿ ਚੁੱਕੇ ਆ, ਗਾਂਧੀ ਪਰਿਵਾਰ ਦੇ ਬੜੇ ਚਹੇਤੇ ਨੇ, ਔਰ ਉਹ ਐਡੀ ਗੈਰ ਜ਼ਿੰਮੇਵਾਰੀ ਵਾਲੀ ਗੱਲ ਕਰਨ ਕਿ ਇਹ ਕਹਿਣ ਕਿ ਪੰਜਾਬ 'ਚ ਕਰੋਨਾ ਦੇ ਵੱਧਦੇ ਕੇਸ ਦਾ ਕਾਰਨ ਹਜ਼ੂਰ ਸਾਹਿਬ ਤੋਂ ਜਿਹੜੀ ਸੰਗਤ ਮੁੜੀ ਹੈ ਉਹ ਹੈ। ਦੇਖੋ, ਪਹਿਲਾਂ ਉਹਨਾਂ ਦਾ ਬਿਆਨ ਆਉਣਾ ਔਰ ਫਿਰ ਆਉਣਾ ਬਲਬੀਰ ਸਿੱਧੂ ਨੇ ਜਿਹੜਾ ਬਿਆਨ ਦਿੱਤਾ ਕਿ ਹਜ਼ੂਰ ਸਾਹਿਬ के श्रद्धालुओं ने हमारी मेहनत पर पानी फेर दिया। ਪਹਿਲਾਂ ਇਹਨਾਂ ਨੇ NRI ਭੰਡੇ, ਫਿਰ ਇਹਨਾਂ ਨੇ ਹੁਣ ਹਜ਼ੂਰ ਸਾਹਿਬ ਦੇ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਭੰਡਣਾ ਸ਼ੁਰੂ ਕੀਤਾ। ਇਹ ਅਨਐਕਸੈਪਟੇਬਲ ਗੱਲਾਂ ਨੇ ਜੀ। ਮਤਲਬ ਹਾਓ ਪਹਿਲਾਂ ਨਲਾਇਕੀ ਥੋੜੀ ਸਰਕਾਰ ਦੀ, ਤੁਹਾਡਾ ਸਾਰਾ ਸਿਸਟਮ ਫੇਲ ਹੋ ਗਿਆ, ਕੋਲੈਪਸ ਹੋ ਗਿਆ, ਐਕਸਪੋਜ਼ ਹੋ ਗਿਆ ਕਿ ਕਿਵੇਂ ਤੁਸੀਂ ਸ਼ਰਧਾਲੂਆਂ ਨੂੰ ਲਿਆਉਣ ਵੇਲੇ ਇੱਕ ਵੀ ਅਹਤਿਆਤ ਦਾ ਕਦਮ ਨਹੀਂ ਪੁੱਟਿਆ, ਔਰ ਉਹਦੇ ਕਰਕੇ ਤੁਸੀਂ ਸ਼ਰਧਾਲੂਆਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਇਆ। ਆਪਣੀ ਗਲਤੀ ਮੰਨਣ ਦੀ ਜਗ੍ਹਾ ਤੁਸੀਂ ਜਾ ਕੇ ਇਰਰਿਸਪੌਂਸਿਬਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗਲਤੀ ਮੰਨਣ ਦੀ ਤੁਸੀਂ ਗੱਲ ਕੀਤੀ ਹੈ, ਇਹਨਾਂ ਵੱਲੋਂ ਬਾਅਦ 'ਚ ਗਲਤੀ ਮੰਨੀ ਵੀ ਗਈ ਹੈ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਸਮਝਦਾ ਗਲਤੀ ਮੰਨੀ ਇੱਕ ਹੁੰਦੀ ਹੈ, ਗਲਤੀ ਮੰਨਣੀ ਇੱਕ ਹੁੰਦੀ ਹੈ ਗਲਤੀ ਮਨਾਉਣੀ। ਇਸ ਲਈ ਇੱਕ ਤਾਂ ਗਲਤੀ ਮਨਾਈ ਗਈ ਹੈ, ਮੰਨਣੀ ਹੁੰਦੀ ਕਿ ਇਹਨਾਂ ਨੇ ਟਵੀਟ ਕੀਤਾ ਦਿਗਵਿਜੇ ਸਿੰਘ ਨੇ, ਔਰ ਅਗਲੇ ਦਿਨ ਆਪ ਦਾ ਸਪਸ਼ਟੀਕਰਨ ਦੇ ਦਿੰਦੇ। 5 ਦਿਨ ਲੰਘ ਗਏ ਜੀ। ਜਦੋਂ ਮੈਂ 4 ਵਜੇ ਜਾ ਕੇ ਥਾਣੇ ਕੰਪਲੇਂਟ ਦਿੱਤੀ ਹੈ, ਫਿਰ ਰਾਤ ਦੇ 9-10 ਵਜੇ 5 ਦਿਨਾਂ ਬਾਅਦ ਇਹਨਾਂ ਨੇ ਮਾਫੀ ਮੰਗਣੀ ਸ਼ੁਰੂ ਕੀਤੀ ਹੈ। ਦੇਖੋ, ਇਹ ਮੈਂ ਸਮਝਦਾ ਇਹ ਮਾਫੀ ਮੇਰੇ ਕੋਲੋਂ ਇਕੱਲੇ ਨਹੀਂ, ਇਹ ਸਿੱਖ ਸੰਗਤ ਕੋਲੋਂ ਮਾਫੀ ਮੰਗਣ, ਕਿਉਂਕਿ ਹਜ਼ੂਰ ਸਾਹਿਬ ਸਾਡਾ ਬਹੁਤ ਹੀ ਪਵਿੱਤਰ ਤਖਤ ਹੈ। ਇਹ ਉਹ ਪਵਿੱਤਰ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨ ਚੱਪੇ ਚੱਪੇ ਤੇ ਪਏ ਲੋਕ ਜਾ ਕੇ ਤਰਸਦੇ ਆ ਉੱਥੇ ਮੱਥਾ ਟੇਕਣ ਨੂੰ, ਨਤਮਸਤਕ ਹੋਣ ਨੂੰ, ਤੇ ਜਿਹੜੇ ਉੱਥੋਂ ਮੁੜ ਕੇ ਆਉਂਦੇ ਆ ਉਹਨਾਂ ਨੂੰ ਲੋਕ ਉਹਨਾਂ ਦੀ ਜਿਹੜੀ ਧੂੜ ਆ ਮੱਥੇ ਲਾਉਂਦੇ ਆ। ਕਿੱਥੇ ਇਸ ਤਰੀਕੇ ਦਾ ਸਤਿਕਾਰ ਹੋਣਾ ਚਾਹੀਦਾ ਸੀ ਤੇ ਕਿੱਥੇ ਉਹਨਾਂ ਨੂੰ ਗੁਨੇਗਾਰ। ਸੋ ਵਿਕਰਮ ਜੀ, ਤੁਸੀਂ ਹੁਣ ਆਪਣੇ ਸਟੈਂਡ ਤੇ ਹਲੇ ਖੜੇ ਹੋ ਕਿ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਹੀ ਇਸ ਮਾਫੀ ਤੋਂ ਬਾਅਦ? ਨਹੀਂ, ਮੈਂ ਬੜਾ ਇਸ ਗੱਲ 'ਚ ਕਲੀਅਰ ਆ ਜੀ। ਜੋ ਦੇਖੋ, ਦਰਿਆ ਦਿਲੀ ਵਿਖਾਉਣੀ ਔਰ ਕੋਈ ਆਪਣੀ ਗਲਤੀ ਮੰਨੇ, ਤੇ ਮੈਂ ਸਮਝਦਾ ਮੇਰਾ ਤਾਂ ਹਮੇਸ਼ਾ ਹੀ ਉਹ ਐਟੀਟਿਊਡ ਰਿਹਾ ਟੂ ਫੋਰਗਿਵ ਐਂਡ ਫੋਰਗੇਟ। ਮਗਰ ਮੈਨੂੰ ਅਫਸੋਸ ਕਿਸ ਗੱਲ ਦਾ ਹੈ, ਦਿਗਵਿਜੇ ਸਿੰਘ ਨੇ ਤਾਂ ਮਾਫੀ ਮੰਗ ਲਈ, ਮਗਰ ਕਾਂਗਰਸ ਦੇ 4-5 ਦਿਨ ਲੰਘ ਗਏ, ਕਿਸੇ ਇੱਕ ਨੇ ਜਿਹੜੇ ਆਪਦੇ ਆਪ ਨੂੰ ਬੜੇ ਵੱਡੇ ਇਹ ਕਹਿੰਦੇ ਆ ਜੀ ਕਿ ਅਸੀਂ ਸਿੱਖ ਕੌਮ ਦੇ ਵਫਾਦਾਰ ਸਿਪਾਹੀ ਆ ਕਾਂਗਰਸ 'ਚ, ਕਿਸੇ ਨੇ ਇੱਕ ਨੇ ਉਸ ਸਟੇਟਮੈਂਟ ਨੂੰ ਕੰਡੈਮ ਕੀਤਾ, ਕਿਸੇ ਮਿਨਿਸਟਰ ਨੇ। ਤੁਹਾਡੇ ਸਵਾਲ ਪੁੱਛੇ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਈ, ਉਹ ਸਵਾਲ ਪੁੱਛੇ ਜਾਣ ਤੋਂ ਬਾਅਦ 6 ਦਿਨ ਚੁੱਪੀ ਕਿਉਂ? ਪਹਿਲੇ ਦਿਨ ਕੰਡੈਮ ਕਰਨਾ ਚਾਹੀਦਾ ਸੀ ਕਿ ਜਦੋਂ ਧਾਰਮਿਕ ਤੌਰ ਤੇ ਇਸ ਗੱਲ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਦੂਜੀ ਗੱਲ, ਬਲਬੀਰ ਸਿੱਧੂ ਨੂੰ ਅੱਜ ਤੱਕ ਜਿਹੜੇ ਮੈਂ ਬਾਕੀ ਦੇ ਵਜ਼ੀਰਾਂ ਨੂੰ ਕਾਂਗਰਸੀਆਂ ਨੂੰ ਪੁੱਛਦਾ ਹੈ, ਬਲਬੀਰ ਸਿੱਧੂ ਤੁਹਾਡੇ ਨਾਲ ਬਹਿੰਦੇ ਆ ਹੈਲਥ ਮਿਨਿਸਟਰ। ਇਹ ਗੱਲ ਵੱਖਰੀ ਹੈ ਕਿ ਉਹ ਫੇਲ ਹੈਲਥ ਮਿਨਿਸਟਰ ਸਾਬਿਤ ਹੋਇਆ, ਮਗਰ ਉਹਨਾਂ ਨੇ ਵੀ ਸ਼ਰਧਾਲੂਆਂ ਨੂੰ ਜ਼ਿੰਮੇਵਾਰ ਠਹਿਰਾਇਆ। ਗਲਤੀਆਂ ਉਹਨਾਂ ਦੀਆਂ ਤੇ ਜ਼ਿੰਮੇਵਾਰੀ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਹੋ ਗਏ। ਕਿਉਂਕਿ ਇਹਦੇ ਚ ਤਾਂ ਵਿਕਰਮ ਜੀ ਇਹ ਵੀ ਗੱਲ ਖੁੱਲ ਕੇ ਸਾਹਮਣੇ ਆਈ ਸੀ, ਅਸੀਂ ਨਿਊਜ਼ 18 ਤੇ ਹੀ ਦਿਖਾਇਆ ਸੀਗਾ ਕਿ ਬਹੁਤ ਸਾਰੇ ਜਿਹੜੇ ਕਾਮੇ ਨੇ ਉਧਰ ਫੈਕਟਰੀਆਂ 'ਚ ਕੰਮ ਕਰਦੇ ਸੀ, ਉਹ ਵੀ ਇਹਨਾਂ ਬੱਸਾਂ ਦੇ ਜ਼ਰੀਏ ਆਏ ਨੇ, ਔਰ ਉਹਨਾਂ ਨੂੰ ਲਿਆਉਣ ਦੇ ਵਿੱਚ ਕਿਤੇ ਨਾ ਕਿਤੇ ਕੋਤਾਹੀ ਹੋਈ ਹੈ। ਇਸੇ ਕਰਕੇ ਇਹ ਮਾਮਲੇ ਵਧੇ ਨੇ, ਜਿਹੜੇ ਮਾਮਲੇ ਸਾਹਮਣੇ ਆਏ ਨੇ। ਹਾਲਾਂਕਿ ਕਿਸੇ ਦੀ ਰਿਪੋਰਟ ਪੋਜ਼ਿਟਿਵ ਆ ਜੇ ਵਿਕਰਮ ਜੀ, ਤਾਂ ਉਹਦੇ ਨਾਲ ਕੋਈ ਇਖਲਾਕੀ ਤੌਰ ਤੇ ਕਲਪਰੇਟ ਨਹੀਂ ਬਣ ਜਾਂਦਾ, ਨਾ ਕੋਈ ਇਖਲਾਕੀ ਧੱਬਾ ਹੈ, ਨਾ ਉਸਦੀ ਕੋਈ ਨੈਤਿਕ ਗਲਤੀ ਹੈ। ਇਹ ਤੇ ਇੱਕ ਰਿਪੋਰਟ ਆ ਗਈ, ਠੀਕ ਹੈ, ਪਰ ਇਸ ਸਭ ਦੇ ਵਿੱਚ ਕੋਤਾਹੀ ਹੋਈ, ਇਸ ਕਰਕੇ ਇਹ ਆંકੜਾ ਵਧਿਆ। ਯਾਦਵਿੰਦਰ ਜੀ, ਆਪਣਾ ਵਿਜੇਪਾਲ ਜੀ, ਗੱਲ ਇਹ ਹੈ ਕਿ
ਬੱਸਾਂ ਪੰਜਾਬ ਸਰਕਾਰ ਨੇ ਭੇਜੀਆਂ, ਜਿਹੜੀ ਪ੍ਰਕਿਰਿਆ ਨੇ, ਜਿਹੜੇ ਨੋਰਮਸ ਨੇ, ਗਾਈਡਲਾਈਨਸ ਨੇ, ਉਹਨੂੰ ਫੋਲੋ ਵੀ ਸਰਕਾਰਾਂ ਨੇ ਕਰਨਾ ਹੁੰਦਾ ਹੈ। ਨਲਾਇਕੀ ਤੁਹਾਡੀ, ਕਮੀ ਪੇਸ਼ੀ ਤੁਹਾਡੀ, ਫਿਰ ਇਹ ਗੱਲ ਲੁਕੋ ਕੇ ਰੱਖਣੀ। ਤੁਸੀਂ ਕਾਮੇ ਲੈ ਆਓ, ਕਿਸੇ ਪੰਜਾਬੀ ਨੂੰ ਲੈ ਆਓ, ਅਸੀਂ ਉਹਦੇ ਵਿਰੁੱਧ ਨਹੀਂ, ਮਗਰ ਇਹ ਗੱਲ ਲੁਕੋ ਕੇ ਕਿਉਂ ਰੱਖੀ? ਇਹ ਵੀ ਮੀਡੀਆ ਨੇ ਦੱਸੀ। ਤੁਸੀਂ ਉਹਨਾਂ ਨੂੰ ਸ਼ਰਧਾਲੂਆਂ ਦੇ ਨਾਲ ਲੈ, ਉਹ ਮਹਾਰਾਸ਼ਟਰ ਦੇ ਕਿਹੜੇ ਕਿਹੜੇ ਕੋਨੇ ਚੋਂ ਆਏ ਸਨ, ਇਹਦਾ ਕੋਈ ਨਹੀਂ ਪਤਾ ਸੀ। ਮਤਲਬ ਸੱਚ ਦਾ ਦੱਸੋ। ਔਰ ਤੁਸੀਂ ਨਿੰਦ ਸਾਰੇ ਜਿਹੜੇ ਸ਼ਰਧਾਲੂ ਆਏ ਸੀ ਉਹਨਾਂ ਨੂੰ ਨਿੰਦਤਾ। ਦੇਖੋ ਤਖਤ ਸਾਹਿਬ ਦੀ ਅਹਿਮੀਅਤ, ਤਖਤ ਸਾਹਿਬ ਦੀ ਅਹਿਮੀਅਤ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਪਵਿੱਤਰ ਥਾਂ ਦੀ ਅਹਿਮੀਅਤ ਸਮਝੋ। ਔਰ ਉੱਥੋਂ ਦੀ ਮੁੜੀ ਕੋਈ ਸੰਗਤ ਸਾਡੇ ਲਈ ਸਤਿਕਾਰਯੋਗ ਹੈ। ਔਰ ਅੱਜ ਤੱਕ ਬਲਬੀਰ ਸਿੱਧੂ ਨੇ ਮਾਫੀ ਨਹੀਂ ਉਹ ਸੰਗਤ ਤੋਂ ਮੰਗਣੀ। ਇਸ ਲਈ ਮੇਰੀ ਲੜਾਈ ਬਲਬੀਰ ਸਿੱਧੂ ਦੇ ਖਿਲਾਫ ਜਾਰੀ ਹੈ। ਹਾਂ ਠੀਕ ਹੈ, ਜੀ ਨੇ ਮਾਫੀ ਮੰਗ ਲਈ, ਮੈਂ ਤੇ ਪੋਲਿਟਿਕਸ ਨਹੀਂ ਕਰਨਾ ਚਾਹੁੰਦਾ। ਅੱਛਾ, ਇੱਕ ਸਵਾਲ ਮੈਂ ਵਿਕਰਮ ਜੀ ਹੁਣ ਤੁਹਾਡੇ ਤੋਂ ਇਸ ਮੁੱਦੇ ਤੋਂ ਹਟ ਕੇ, ਜਿਹੜਾ ਦੂਜਾ ਹੁਣ ਦੁਕਾਨਾਂ ਦਾ ਸਮਾਂ ਸੀ, ਕਿਉਂਕਿ ਤੁਸੀਂ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਿਹੜਾ ਦੁਕਾਨਾਂ ਖੋਲ੍ਹਣ ਨੂੰ ਲੈ ਕੇ, ਔਰ ਖਾਸ ਤੌਰ ਤੇ ਜਿਹੜੇ ਸ਼ਰਾਬ ਦੇ ਠੇਕੇ ਸੀ ਉਹਨਾਂ ਨੂੰ ਲੈ ਕੇ ਵੀ, ਪਰ ਹੁਣ ਉਸ ਦੇ ਵਿੱਚ ਬਦਲਾਵ ਹੋਇਆ ਸਮੇਂ ਦੇ ਵਿੱਚ। 7 ਵਜੇ ਤੋਂ 3 ਵਜੇ ਤੱਕ ਦਾ ਸਮਾਂ, ਇਹ ਤਾਜ਼ਾ ਅਪਡੇਟ ਹੈ। ਕੁਝ ਦੇਰ ਪਹਿਲਾਂ ਇਹ ਸਰਕਾਰ ਦੇ ਆਰਡਰਸ ਆਏ ਨੇ ਕਿ ਹੁਣ 7 ਵਜੇ ਤੋਂ 3 ਵਜੇ ਤੱਕ ਦਾ 8 ਘੰਟੇ ਦਾ ਸਮਾਂ ਹੋ ਗਿਆ, ਤਾਂ ਕਿ ਭੀੜ ਨਾ ਲੱਗੇ। ਇਸ ਫੈਸਲੇ ਨੂੰ ਹੁਣ ਕਿਵੇਂ ਤੁਸੀਂ ਠੀਕ ਸਮਝਦੇ ਹੋ, ਜਾਂ ਇਸ ਤੇ ਵੀ ਕੋਈ ਕਿੰਤੂ ਪਰੰਤੂ ਨੇ? ਬਰਾੜ ਸਾਹਿਬ, ਮੈਂ ਨਾ ਇੱਕ ਪਹਿਲੇ ਦਿਨ ਤੋਂ ਇੱਕ ਗੱਲ ਕਹਿੰਦਾ ਆਇਆ ਕਿ ਪ੍ਰਾਇੋਰਟੀ ਸਰਕਾਰ ਦੀ ਕੀ ਹੈ। ਭੁੱਖੇ ਦੇ ਘਰੇ ਰਾਸ਼ਨ ਪਹੁੰਚਾਉਣਾ, ਕੋਈ ਭੁੱਖਾ ਨਾ ਸੋਵੇ, ਕੋਈ ਬੱਚਾ ਬਗੈਰ ਦੁੱਧ ਤੋਂ ਨਾ ਸੋਵੇ, ਕੋਈ ਬੱਚਾ ਬਗੈਰ ਰੋਟੀ ਤੋਂ ਨਾ ਸੋਵੇ, ਕੋਈ ਪੰਜਾਬੀ ਰੋਟੀ ਤੋਂ ਵਾਂਝਾ ਨਾ ਰਵੇ। ਤੁਹਾਡੀ ਪ੍ਰਾਇੋਰਟੀ ਇਹ ਹੈ ਕਿ ਤੁਹਾਡੀ ਪ੍ਰਾਇੋਰਟੀ ਕੱਲੀ ਸ਼ਰਾਬ ਮਾਫੀਆ, ਸ਼ਰਾਬ ਦੇ ਠੇਕੇਦਾਰਾਂ ਨੂੰ ਤੇ ਆਪਣੇ ਮਾਲੀਏ ਨੂੰ ਧਿਆਨ ਰੱਖਣਾ। ਦੇਖੋ ਸਰਕਾਰ ਇੱਕ ਵੈਲਫੇਅਰ ਸੂਬਾ ਹੈ, ਸਰਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਕਿੱਥੇ ਹੋਮ ਡਿਲੀਵਰੀ ਰਾਸ਼ਨ ਦੀ ਜੇ ਧਿਆਨ ਦੇ ਦਿੰਦੇ ਇੰਨਾ ਇਹ, ਜਿੰਨਾ ਚਿੰਤਾ ਪੰਜਾਬ ਦੇ ਹੁਕਮਰਾਨਾਂ ਨੇ ਸ਼ਰਾਬ ਉੱਤੇ ਵਿਖਾਈ ਹੈ, ਜੇ ਇੰਨੀ ਚਿੰਤਾ ਕੱਲੇ ਕੱਲੇ ਵਜ਼ੀਰ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਨੂੰ ਲਾ ਦਿੰਦੇ ਤੇ ਮੈਂ ਸਮਝਦਾ ਮਸਲਾ ਵੱਡਾ ਹੱਲ ਹੋ ਜਾਣਾ ਸੀ। ਦੂਜੀ ਗੱਲ, ਮੈਂ ਤੁਹਾਡੇ ਚੈਨਲ 'ਚ ਹੀ ਵੇਖ ਰਿਹਾ ਸੀ ਕਿੰਨੀ ਵੱਡੇ ਪੱਧਰ ਤੇ ਜਿਹੜੀਆਂ ਲੇਡੀਜ਼ ਨੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਕਿ ਜੀ 45 ਦਿਨ ਜਿਹੜਾ ਸੁੱਖ ਸੀ, ਸਾਡਾ ਸੁੱਖ ਤਾਂ ਜਾਂਦਾ ਰਹਿਣਾ। ਲੋਕਾਂ ਕੋਲ ਘਰ 'ਚ ਕਮਾਈ ਕੋਈ ਨਹੀਂ, ਵੈਲਫੇਅਰ ਸੂਬਾ ਤੁਸੀਂ ਜਾਂ ਤਾਂ ਉਹਨਾਂ ਦੀ ਜੇਬ 'ਚ ਕੋਈ ਪੈਸੇ ਪਾਓ, ਰਾਸ਼ਨ ਪਹੁੰਚਾਓ, ਉਹਨਾਂ ਦਾ ਫਿਕਰ ਕਰੋ, ਫਿਰ ਤੁਸੀਂ ਜੋ ਕਰੋ। ਮਗਰ ਇੱਥੇ ਸਰਕਾਰ ਕਹਿ ਰਹੀ ਹੈ ਪੈਸੇ ਆਉਣਗੇ ਤਾਂ ਦੇਵਾਂਗੇ ਨਾ, ਤੇ ਆਉਣਗੇ ਇੱਥੋਂ। ਸੋ ਤੁਸੀਂ ਕੀ ਸਮਝਦੇ ਹੋ ਵੀ ਸਰਕਾਰ ਨੂੰ ਰੈਵਨਿਊ ਜਿਹੜਾ ਹੈ ਉਹ ਕਿਸੇ ਪਾਸਿਓਂ ਜਿਹੜਾ ਬੰਦ ਹੋ ਚੁੱਕਿਆ, ਔਰ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ, ਉਸ ਚ ਗਲਤ ਕੀ ਹੈ? ਇੱਕ ਨਾ ਵਿਜੇਪਾਲ ਜੀ ਬੜਾ ਚੰਗਾ ਸਵਾਲ ਪੁੱਛਿਆ। ਸ਼ਰਾਬ ਤੋਂ ਰੈਵਨਿਊ ਤੁਹਾਨੂੰ ਪਤਾ ਜੀ 500 ਕਰੋੜ ਮਹੀਨੇ ਦਾ ਆਉਣਾ, ਇਹ ਇਹਨਾਂ ਦੇ ਅਜ਼ੰਪਸ਼ਨ ਹੈ, ਇਹ ਇਹਨਾਂ ਦੇ ਅਨੁਮਾਨ ਨੇ। ਆਉਣਾ ਇਹਨਾਂ ਨੂੰ ਉਹ ਨਹੀਂ ਹੈ, ਕਿਉਂਕਿ ਜਿੰਨੀ ਇਹ ਸ਼ਰਾਬ ਦੀ ਨਜਾਇਜ਼ ਵਿਕਰੀ ਪਿਛਲੇ 40-45 ਦਿਨ ਇਹਨਾਂ ਨੇ ਕਰਾਈ ਹੈ, ਉਹ ਵੀ ਤੁਹਾਡੇ ਨਿਊਜ਼ ਚੈਨਲਾਂ ਨੇ ਦੱਸੀ ਹੈ। ਇਸ ਲਈ ਬਾਕੀ ਪੈਸੇ ਤਾਂ ਕਈ ਹੋਰ ਚੀਜ਼ਾਂ ਤੋਂ ਆਉਣੇ ਆ, ਮਗਰ ਪੈਸੇ ਕੱਲੇ ਆਉਣੇ ਜਿਹੜੀ ਤੁਹਾਡੇ ਕੋਲ ਸੈਂਟਰ ਨੇ ਅਨਾਜ ਭੇਜਿਆ, ਪੈਟਰੋਲ ਡੀਜ਼ਲ ਵੀ ਵੱਧ ਗਿਆ, 2 ਰੁਪਏ ਪੈਟਰੋਲ ਡੀਜ਼ਲ ਦੇ ਵਿੱਚ ਵੀ ਵਾਧਾ ਕਰਤਾ। ਮੈਂ ਬਾਰ-ਬਾਰ ਕਹਿ ਰਿਹਾ, ਵਾਟ ਇਜ਼ ਦਾ ਸੂਬੇ ਦੀ ਜ਼ਿੰਮੇਵਾਰੀ ਕੀ? ਵੈਲਫੇਅਰ ਸਟੇਟ ਕੀ? ਅੱਜ ਬੜੇ ਅਫਸੋਸ ਨਾਲ ਕਹਿਣਾ ਪੈਣਾ, ਪੰਜਾਬ ਦਾ ਇੰਪ੍ਰੈਸ਼ਨ ਜਾਊਗਾ ਕਿ ਲੋਕਾਂ ਨੂੰ ਰੋਟੀ ਤਾਂ ਮਿਲੀ ਨਹੀਂ, ਤੁਹਾਡੇ ਸਾਰੇ ਕਾਮੇ, ਸਾਰੇ ਆ ਵਿਚਾਰੇ ਲੇਬਰਰ ਜਾਂ ਪ੍ਰਵਾਸੀ ਸਾਰੇ ਭੱਜ ਗਏ ਵਾਪਸ। ਜੇ ਇਹੀ ਧਿਆਨ ਇਹਨਾਂ ਦੇਤਾ ਹੁੰਦਾ ਇਹਨਾਂ ਨੂੰ ਰੋਟੀ ਖਵਾਉਣ ਤੇ ਲੇਬਰ ਜਾਂਦੀ ਨਾ, ਇੰਡਸਟਰੀ ਬਚ ਜਾਂਦੀ, ਝੋਨਾ ਲਾਉਣਾ ਸੌਖਾ ਹੋ ਜਾਂਦਾ। ਜਿਹੜਾ ਉਹਨਾਂ ਦਾ ਪੁੱਛਿਆ ਨਹੀਂ, ਧਿਆਨ ਦਿੱਤਾ ਨਹੀਂ, ਉਹਨਾਂ ਵੱਲ ਇਹ ਗੰਭੀਰਤਾ ਵਿਖਾਈ ਨਹੀਂ, ਆ ਜੋ ਚੱਲ ਚੱਲੇ ਆ। ਔਰ ਅਖੀਰ 'ਚ ਇਹਨਾਂ ਨੂੰ ਕੱਲੀ ਤੇ ਕੱਲੀ ਸਾਰੇ ਦੇਸ਼ 'ਚ ਕੱਲੀ ਸਰਕਾਰ ਹੈ ਜਿਹਨੂੰ ਕੱਲੀ ਸ਼ਰਾਬ ਦੀ ਹੋਮ ਡਿਲੀਵਰੀ ਦਾ ਫਿਕਰ ਹੈ, ਰਾਸ਼ਨ ਦੀ ਹੋਮ ਡਿਲੀਵਰੀ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ। ਠੀਕ ਹੈ ਵਿਕਰਮ ਜੀ, ਧੰਨਵਾਦ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਦੇ ਲਈ। ਤਾਂ ਇਸ ਵੇਲੇ ਸਾਡੇ ਕੋਲ ਸਮਾਂ ਘੱਟ ਹੈ, ਕਿਉਂਕਿ ਅਸੀਂ ਹੋਰ ਬਹੁਤ ਸਾਰੀਆਂ ਖਬਰਾਂ, ਅਪਡੇਟਸ ਤੇ ਦਰਸ਼ਕਾਂ ਨੂੰ ਜਾਣਕਾਰੀ ਦੇਣੀ ਹੈ ਅੱਗੇ। ਤੁਸੀਂ ਸਾਡੇ ਨਾਲ ਜੁੜੇ, ਬਹੁਤ ਬਹੁਤ ਧੰਨਵਾਦ। ਤਾਂ 2 ਮੁੱਦੇ ਜਿਹੜੇ ਨੇ ਖਾਸ ਤੌਰ ਤੇ ਉਭਾਰੇ ਨੇ ਵਿਕਰਮ ਸਿੰਘ ਮਜੀਠੀਆ ਨੇ। ਇੱਕ
ਸ਼ਰਧਾਲੂਆਂ ਦੇ ਮਾਮਲੇ ਤੇ ਜਿਹੜੀ ਸਿਆਸਤ ਹੋਈ ਹੈ, ਖਾਸ ਤੌਰ ਤੇ ਦਿਗਵਿਜੇ ਸਿੰਘ ਦੀ ਜਿਹੜੀ ਸਟੇਟਮੈਂਟ ਆਈ ਹੈ ਉਸ ਨੂੰ ਲੈ ਕੇ ਅਕਾਲੀ ਦਲ ਨੇ ਸਖਤ ਰੁਖ ਅਪਣਾਇਆ, ਕੇਸ ਤੱਕ ਦਰਜ ਕਰਵਾਇਆ ਗਿਆ। ਔਰ ਦੂਸਰਾ ਜਿਹੜਾ ਹੈ ਦੁਕਾਨਾਂ ਖੋਲ੍ਹਣ ਨੂੰ ਲੈ ਕੇ, ਖਾਸ ਤੌਰ ਤੇ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਲੈ ਕੇ, ਉਸ ਨੂੰ ਲੈ ਕੇ ਲਗਾਤਾਰ ਨਿਸ਼ਾਨੇ ਵਿਕਰਮ ਮਜੀਠੀਆ ਸਰਕਾਰ ਤੇ ਲਾ ਰਹੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਇੱਕ ਮੁਕਤਸਰ ਤੋਂ ਵੱਡੀ ਖਬਰ ਆ ਰਹੀ ਹੈ। ਮੁਕਤਸਰ ਦੇ ਡਿਪਟੀ ਕਮਿਸ਼ਨਰ ਨੇ ਇੱਕ ਵਿਵਾਦਿਤ ਆਦੇਸ਼ ਦਿੱਤੇ ਨੇ। ਧਾਰਮਿਕ ਸਥਾਨਾਂ ਤੋਂ ਸ਼ਰਾਬ ਦੀ ਮੁਨਾਦੀ ਕਰਾਉਣ ਦਾ ਹੁਕਮ ਦਿੱਤਾ ਸੀ। ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਧਾਰਮਿਕ ਸਥਾਨਾਂ ਤੋਂ ਅਨਾਉਂਸਮੈਂਟ ਕਰਾਉਣ ਦਾ ਹੁਕਮ ਦਿੱਤਾ ਗਿਆ ਸੀ ਔਰ ਉਸ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਦੀ ਨਿਖੇਧੀ ਕੀਤੀ ਹੈ ਔਰ ਡੀਸੀ ਦੇ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਹ ਮੁਕਤਸਰ ਤੋਂ ਜਿਹੜੀ ਖਬਰ ਹੈ ਉਹ ਸਾਹਮਣੇ ਆ ਰਹੀ ਹੈ ਕਿ ਮੁਕਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ, ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਨੇ ਫੈਸਲੇ ਲਏ ਨੇ ਉਸ ਦੀ ਧਾਰਮਿਕ ਸਥਾਨਾਂ ਤੋਂ ਮੁਨਾਦੀ कराई जाए और इस नूं लैके हुण बलजीत सिंह दादूवाल ने यह कहा है कि डीसी के खिलाफ कार्रवाई होनी चाहिए। तो इस वेले मुकतसर तो यह खबर आ रही है जिहड़ा शराब दीयां दुकानां नूं लैके आदेश जिहड़े ने वो डिप्टी कमिश्नर वल्लों जो भी हदायतां दित्तियां गईयां सन उन्हां हदायतां नूं लैके जो आदेश दिते गए सी उन्हां दे विच कहा गया सी कि गुरुद्वारियां दे विच बुनियादी कराई जाए या धार्मिक स्थानां तो बुनियादी कराई जाए। विक्रम सिंह मजीठिया साडे नाल जुड़े हुए ने हाले। विक्रम जी, एक होर खबर, मैं तुहाडे नाल काफ़ी गल्लां बातां कर रहा सी, तुसीं जिहड़ियां खास तौर ते शराब दे ठेकिਆਂ ਨੂੰ ਲੈ ਕੇ ਗੱਲ ਕੀਤੀ है, ਉਸੇ ਨਾਲ जुड़ी खबर एक होर आई है कि ਜਿਹੜੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਨੇ ਪਹਿਲਾਂ ਆਦੇਸ਼ ਜਾਰੀ ਕੀਤੇ ਸੀ ਕਿ ਧਾਰਮਿਕ ਸਥਾਨਾਂ ਤੋਂ ਬੁਨਿਆਦੀ ਕਰਾ ਦੇ, ਜੋ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਆਦੇਸ਼ ਸੀ ਕਿ ਦੁਕਾਨਾਂ ਦੀ ਟਾਈਮਿੰਗ ਹੈ, ਕੀ ਖੁੱਲਣਾ ਕੀ ਨਹੀਂ ਖੁੱਲਣਾ, ਔਰ ਉਸ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਨੂੰ ਲੈ ਕੇ ਵੀ ਸੀਗਾ। ਹਾਲਾਂਕਿ ਜਦੋਂ ਇਸ ਤੇ ਵਿਵਾਦ ਹੋਇਆ ਤੇ ਵਾਪਸ ਲੈ ਲਏ ਗਏ। ਸੋ ਇੱਕ ਕਮੈਂਟ ਤੁਹਾਡਾ ਚਾਹੂੰਗਾ ਜ਼ਰੂਰ। ਦੇਖੋ ਵਿਜੇਪਾਲ ਜੀ, ਪਹਿਲੀ ਗੱਲ ਨਾ ਬੜੇ ਹੈਰਾਨਗੀ ਦੀ ਗੱਲ ਹੈ, ਇੱਕ ਪਾਸੇ ਤਾਂ ਕਹਿੰਦੇ ਕਈ ਰੈੱਡ ਜ਼ੋਨ ਨੇ, ਹੁਣ ਉੱਥੇ ਲੋਕਾਂ ਨੂੰ ਰਾਸ਼ਨ ਖੋਲਣ ਦੀ ਦੁਕਾਨਾਂ ਦੀ ਇਜਾਜ਼ਤ ਹੈ ਨਹੀਂ, ਲੋੜਵੰਦ ਵਸਤੂਆਂ ਦੀ ਦੁਕਾਨਾਂ ਖੋਲਣੀਆਂ ਨਹੀਂ, ਧਾਰਮਿਕ ਸਥਾਨ ਤੇ ਤੁਸੀਂ ਜਾ ਨਹੀਂ ਸਕਦੇ, ਮਗਰ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ। ਸ਼ਰਾਬ ਦੇ ਠੇਕੇ 'ਚ ਕਿਵੇਂ ਇੰਸ਼ੋਰ ਕਰਨਗੇ ਜਿਹੜਾ ਆਰਡਰ ਕਰ ਰਿਹਾ ਕਿ ਉਹ 18 ਸਾਲ ਤੋਂ ਘੱਟ ਉਮਰ ਦਾ ਹੈ ਕਿ ਉਹ 18 ਸਾਲ ਤੋਂ ਅਬਵ ਉਮਰ ਦਾ ਹੈ ਬੱਚੇ? ਇਸ ਲਈ ਕੋਈ ਸਿਸਟਮ ਇਨ ਪਲੇਸ ਨਹੀਂ ਹੈ। ਇਸ ਲਈ ਕੋਈ ਸਿਸਟਮ ਇਨ ਪਲੇਸ ਨਹੀਂ ਹੈ ਔਰ ਧਾਰਮਿਕ ਸਥਾਨਾਂ ਨੂੰ ਮਨਜ਼ੂਰੀ ਨਾ ਦੇਣੀ, ਧਾਰਮਿਕ ਸਥਾਨਾਂ ਤੇ ਤਾਂ ਸ਼੍ਰੀ ਦਰਬਾਰ ਸਾਹਿਬ ਤੇ ਮੱਥਾ ਟੇਕਣ ਕੋਈ ਨਹੀਂ ਜਾਣ ਦੇ ਰਹੇ ਜੀ, ਤੇ ਮਗਰ ਹੁਣ ਸ਼ਰਾਬ ਦੇ ਠੇਕੇ ਖੋਲਣ ਨੂੰ ਇਜਾਜ਼ਤ ਹੈ। ਇਹੀ ਮੈਂ ਬੇਨਤੀ ਬਾਰ-ਬਾਰ ਕਰ ਰਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸਰਕਾਰ ਦੀ ਸੋਚ ਸਾਹਮਣੇ ਆ ਰਹੀ ਹੈ, ਕਾਂਗਰਸ ਸਰਕਾਰ ਦੀ ਅਸਲ ਚਿਹਰਾ ਨੰਗਾ ਹੋ ਰਿਹਾ ਕਿ ਇਹਨਾਂ ਨੇ ਉਹਦੇ 'ਚ ਸ਼ਰਾਬ ਜਿਹੜੀ ਕਿਵੇਂ ਪਤਾ ਲੱਗੂਗਾ ਜੀ ਕਿ 18 ਸਾਲ ਦੇ ਨਿਆਣੇ ਨੇ ਕੀਤੀ ਕਿ ਨਹੀਂ ਕੀਤੀ। ਮਤਲਬ ਇਹ ਬਹੁਤ ਖਤਰਨਾਕ ਕੰਮ ਪੰਜਾਬ 'ਚ ਸ਼ੁਰੂ ਹੋਣ ਲੱਗਿਆ, ਜਿਹਦੇ ਸਿੱਟੇ ਤੁਸੀਂ ਆਉਣ ਵਾਲੇ ਦਿਨਾਂ 'ਚ ਵੇਖੋਗੇ। ਪੈਸੇ ਇਹਨਾਂ ਨੂੰ ਪਤਾ ਨਹੀਂ ਆਉਣੇ ਨਹੀਂ ਆਉਣੇ, ਮਗਰ ਸਾਡੀ ਸੁਸਾਇਟੀ ਦਾ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕਰ ਜਾਣਾ। ठीक है विक्रम जी, धन्यवाद इस मामले ते अपना प्रतिक्रम देने ले ली। ਅਸੀਂ ਇੱਕ ਵਾਰੀ ਦਰਸ਼ਕਾਂ ਨੂੰ ਫਿਰ ਦੱਸ ਦਿੰਦੇ ਹਾਂ, ਮੁਕਤਸਰ ਦੇ ਡਿਪਟੀ ਕਮਿਸ਼ਨਰ ਦੇ ਇਹ ਆਰਡਰ ਸਨ। ਦਰਅਸਲ ਮੁਕਤਸਰ ਦੇ ਵਿੱਚ ਜੋ ਫੈਸਲਾ ਲਿਆ ਗਿਆ, ਇਹਨਾਂ ਆਰਡਰਸ ਦੀ ਕਾਪੀ ਵੀ ਅਸੀਂ ਟੀਵੀ ਸਕਰੀਨ ਤੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ। ਮੁਕਤਸਰ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਡਿਪਟੀ ਕਮਿਸ਼ਨਰ ਵੱਲੋਂ, ਪਰ ਸ਼ਰਾਬ ਦੀ ਹੋਮ ਡਿਲੀਵਰੀ ਜਿਹੜੀ ਸੀ ਉਹ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਔਰ ਇਸ ਦੇ ਲਈ ਬਕਾਇਦਾ ਲਿਖਤੀ ਆਰਡਰ ਜਾਰੀ ਕੀਤੇ ਗਏ। ਔਰ ਉਹਨਾਂ ਆਰਡਰਸ ਦੇ ਥੱਲੇ ਅਖੀਰ ਤੇ ਇੱਕ ਲਾਈਨ ਲਿਖੀ ਗਈ ਸੀ ਕਿ ਪ੍ਰੈਸ ਦੇ ਮਾਧਿਅਮ ਰਾਹੀਂ ਔਰ ਧਾਰਮਿਕ ਸਥਾਨਾਂ ਰਾਹੀਂ ਬੁਨਿਆਦੀ ਕਰਾ ਕੇ ਇਸ ਦੀ ਜਾਣਕਾਰੀ ਲੋਕਾਂ ਤੱਕ ਦਿੱਤੀ ਜਾਵੇ, ਪਹੁੰਚਾਈ ਜਾਵੇ। ਉਸ ਤੋਂ ਬਾਅਦ ਇਸ ਤੇ ਵਿਵਾਦ ਖੜਾ ਹੋ ਗਿਆ ਕਿ ਜਦੋਂ ਸ਼ਰਾਬ ਦੀ ਹੋਮ ਡਿਲੀਵਰੀ ਵਰਗਾ ਫੈਸਲਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਲੈ ਰਿਹਾ ਹੈ ਤਾਂ ਉਸ ਦੇ ਵਿੱਚ ਫਿਰ ਧਾਰਮਿਕ ਸਥਾਨਾਂ ਤੋਂ ਬੁਨਿਆਦੀ ਕਰਾਉਣ ਦੀ ਗੱਲ ਕਿਉਂ ਕਹੀ ਗਈ ਹੈ। ਸੂਰਜ ਭਾਨ ਮੇਰੇ ਸਹਿਯੋਗੀ ਬਠਿੰਡਾ ਤੋਂ ਜੁੜੇ ਨੇ। ਸੂਰਜ, ਇਹ ਜਿਹੜੇ ਆਦੇਸ਼ ਸੀ ਕਿ ਇਹਨਾਂ ਤੋਂ ਬਾਅਦ ਜਿਹੜਾ ਵਿਵਾਦ ਖੜਾ ਹੋਇਆ ਉਸ ਤੋਂ ਬਾਅਦ ਇਹਨਾਂ ਨੂੰ ਦਰੁਸਤ ਕਰ ਲਿਆ ਗਿਆ? ਬਿਲਕੁਲ ਵਿਜੇਪਾਲ, ਜਦੋਂ ਇਹ ਆਰਡਰ ਜਿਹੜੇ ਜਾਰੀ ਕੀਤੇ ਗਏ ਸੀ, ਹਾਲਾਂਕਿ ਮੀਡੀਆ ਨੂੰ ਸਰਕੂਲੇਟ ਹੋ ਕੇ ਸੋਸ਼ਲ ਮੀਡੀਆ ਤੇਜ਼ੀ ਦੇ ਨਾਲ ਵਾਇਰਲ ਹੋਏ, ਤੇ ਜਦੋਂ ਡੀਸੀ ਸਾਹਿਬ ਨੂੰ ਫੋਨ ਖੜਕਣ ਲੱਗੇ, ਪੱਤਰਕਾਰਾਂ ਨੇ ਫੋਨ ਕੀਤੇ ਕਿ ਆਖਿਰਕਾਰ ਕਿਸ ਗੱਲ ਨੂੰ ਲੈ ਕੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਆਰਡਰ ਜਾਰੀ ਕੀਤੇ ਨੇ ਜਿਸ ਦੇ ਵਿੱਚ ਵਿਵਾਦਤ ਸਿੱਧੇ ਤੌਰ ਤੇ ਉੱਪਰ
ਚਰਚਾ ਦੇ ਵਿੱਚ ਹੈ ਕਿ ਧਾਰਮਿਕ ਸਥਾਨਾਂ ਤੋਂ ਸ਼ਰਾਬ ਨੂੰ ਲੈ ਕੇ ਅਨਾਉਂਸਮੈਂਟ ਕਿਵੇਂ ਹੋ ਜਾਊਗੀ। ਕਿਤੇ ਨਾ ਕਿਤੇ ਜਾ ਕੇ ਡੀਸੀ ਸਾਹਿਬ ਨੇ ਇਸ ਗੱਲ ਦੀ ਗਲਤੀ ਜ਼ਰੂਰ ਮੰਨੀ ਹੈ। ਉਹ ਕਹਿ ਰਹੇ ਨੇ ਕਿ ਕਿਤੇ ਇਹ ਟੈਕਨੀਕਲੀ ਗਲਤੀ ਜ਼ਰੂਰ ਰਹਿ ਗਈ ਹੈ, ਮਿਸਟੇਕ ਜ਼ਰੂਰ ਹੋਈ ਹੈ। ਜੋ ਆਰਡਰ ਉਹਨਾਂ ਨੇ ਜਾਰੀ ਕਰਨੇ ਸੀ, ਜੋ ਟਾਈਪ ਹੁੰਦੇ ਨੇ, ਟਾਈਪ ਦੇ ਵਿੱਚ ਮਿਸਟੇਕ ਉਹਨਾਂ ਦੀ ਗੱਲ ਕੀਤੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਾ ਕੇ ਬਹੁਤ ਵੱਡੀ ਲਾਪਰਵਾਹੀ ਹੈ। ਧਾਰਮਿਕ ਭਾਵਨਾਵਾਂ ਨੂੰ ਠੇਸ ਵਾਲੀ ਗੱਲ ਜਿਹੜੇ ਦਾਦੂਵਾਲ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸ਼ਰਾਬ ਦੀ ਵਿਕਰੀ ਨੂੰ ਲੈ ਕੇ ਇਹ ਜਿਹੜੇ ਹੋਮ ਡਿਲੀਵਰੀ ਦੀ ਗੱਲ ਕਰਦੇ ਨੇ ਤੇ ਨਾਲ ਹੀ ਇਹ ਕਹਿੰਦੇ ਨੇ ਕਿ ਅਸੀਂ ਅਨਾਉਂਸਮੈਂਟ ਕੀਤੀ ਜਾਵੇ, ਔਰ ਕਿਤੇ ਨਾ ਕਿਤੇ ਜਾ ਕੇ ਡੀ ਸਾਹਿਬ ਇਹੀ ਕਹਿ ਰਹੇ ਨੇ ਕਿ ਸਾਤੋਂ ਇਹ ਗਲਤੀ ਹੋਈ ਹੈ। ਉਸ ਤੋਂ ਬਾਅਦ ਜਿਹੜਾ ਦੂਸਰਾ ਆਰਡਰ ਹੈ ਨਾਲ ਦੀ ਨਾਲ ਪਾਸ ਕਰ ਦਿੱਤਾ ਗਿਆ, ਪਰ ਦੂਸਰੇ ਆਰਡਰ ਤੋਂ ਜ਼ਿਆਦਾ ਜਿਹੜਾ ਪਹਿਲਾ ਵਾਲਾ ਆਰਡਰ ਹੈ ਉਹ ਜ਼ਿਆਦਾ ਵਾਇਰਲ ਹੋ ਰਿਹਾ ਹੈਗਾ। ਔਰ ਬੇਸਿਕਲੀ ਆਰਡਰਸ ਜਿਹੜੇ ਨੇ ਇੱਕ ਵਾਰੀ ਉਹਨਾਂ ਬਾਰੇ ਵੀ ਥੋੜੀ ਸਪਸ਼ਟਤਾ ਚਾਹਾਂਗੇ। ਸੂਰਜ ਕੇ ਜਿਹੜੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਆਰਡਰ ਸੀ ਉਹ ਦੁਕਾਨਾਂ ਨਾ ਖੋਲਣ ਦੇ ਸੀ ਔਰ ਸ਼ਰਾਬ ਦੀ ਹੋਮ ਡਿਲੀਵਰੀ ਕਰਨ ਨੂੰ ਲੈ ਕੇ ਸੀ ਕਿ ਦੁਕਾਨਾਂ ਬੰਦ ਰਹਿਣਗੀਆਂ ਔਰ ਹੋਮ ਡਿਲੀਵਰੀ ਹੋਏਗੀ। ਵੇਖੋ ਬੁਨਿਆਦੀ ਕਰਾਉਣ ਲਈ ਕਿਹਾ ਗਿਆ ਸੀ। ਬਿਲਕੁਲ ਡੀਸੀ ਨੇ ਜੋ ਆਰਡਰ ਕੀਤੇ ਸੀ ਆਪਦੇ ਵੱਲੋਂ ਇੱਕ ਅੱਛੀ ਮਨਸ਼ਾ ਦੇ ਨਾਲ ਕੀਤੇ ਸੀਗੇ। ਆਰਡਰ ਇਹ ਸੀ ਕਿ ਕੋਈ ਵੀ ਦੁਕਾਨ ਹੈ ਸ਼ਰਾਬ ਹੈ ਉਹ ਸ਼ਰਾਬ ਦਾ ਠੇਕਾ ਨਹੀਂ ਖੁੱਲੂਗਾ। ਸਿਰਫ ਜਿਹੜੇ ਬੁਆਏ ਜਿਹੜੇ ਡਿਲੀਵਰੀ ਬੁਆਏ ਨੇ ਉਹ ਜਿਹੜੇ ਘਰ ਘਰ ਦੇ ਵਿੱਚ ਜਾ ਕੇ ਸ਼ਰਾਬ ਨੂੰ ਡਿਲੀਵਰਡ ਕਰਨਗੇ, ਸ਼ਰਾਬ ਪਹੁੰਚਾਉਣਗੇ। ਔਰ ਉਸ ਤਰ੍ਹਾਂ ਦੇ ਆਰਡਰਾਂ ਦੀ ਜਿਹੜੀ ਕਾਪੀ ਸੀ ਉਸੇ ਕਾਪੀ ਨੂੰ ਮੀਡੀਆ ਦੇ ਰਾਹੀਂ ਸਰਕੂਲੇਟ ਕਰਨ ਦੀ ਗੱਲ ਕੀਤੀ ਸੀ ਔਰ ਪ੍ਰੈਸ ਦੇ ਮਾਧਿਅਮ ਨਾਲ ਸਰਕੂਲੇਟ ਕਰਨ ਦੀ ਗੱਲ ਕੀਤੀ। ਉਸ ਦੇ ਵਿੱਚ ਇੱਕ ਲਾਈਨ ਨੀਚੇ ਪਾ ਦਿੱਤੀ ਸੀ ਕਿ ਧਾਰਮਿਕ ਜਗ੍ਹਾ ਤੇ ਅਨਾਉਂਸਮੈਂਟ ਦੇ ਰਾਹੀਂ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਜਾਵੇ। ਇਸੇ ਗੱਲ ਨੂੰ ਲੈ ਕੇ ਡੀਸੀ ਨੇ ਜਿਹੜੇ ਵਿਵਾਦਾਂ ਦੇ ਵਿੱਚ ਇਹਨਾਂ ਦੇ ਆਰਡਰ ਘਿਰੇ ਨੇ ਔਰ ਜਦੋਂ ਮੀਡੀਆ ਦੇ ਫੋਨ ਡੀਸੀ ਸਾਹਿਬ ਨੂੰ ਆਉਣ ਲੱਗੇ, ਹਾਲਾਂਕਿ ਉਸ ਤੋਂ ਬਾਅਦ ਫੋਨ ਚੱਕਣਾ ਵੀ ਡੀਸੀ ਸਾਹਿਬ ਨੇ ਮੁਨਾਸਿਬ ਨਹੀਂ ਸਮਝਿਆ, ਫੋਨ ਚੱਕਣਾ ਬੰਦ ਕਰ ਦਿੱਤਾ, ਪਰ ਉਸ ਤੋਂ ਬਾਅਦ ਆਪਦੀ ਗਲਤੀ ਸੁਧਾਰੀ। ਗਲਤੀ ਸੁਧਾਰਨ ਤੋਂ ਬਾਅਦ ਜਿਹੜੇ ਨਵੇਂ ਆਰਡਰ ਨੇ ਉਹ ਜਾਰੀ ਕਰਕੇ ਉਹਨਾਂ ਦੇ ਵਿੱਚੋਂ ਲਾਈਨ ਹਟਾ ਦਿੱਤੀ ਗਈ ਹੈ। ਠੀਕ ਹੈ ਸੂਰਜ, ਤੁਸੀਂ ਬਣੇ ਰਹਿਣਾ। ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੁੜ ਗਏ ਨੇ। ਦਾਦੂਵਾਲ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਵਿੱਚ। ਇਹ ਆਰਡਰਸ ਦੀ ਕਾਪੀ ਅਸੀਂ ਦੇਖ ਪਾ ਰਹੇ ਹਾਂ, ਹਾਲਾਂਕਿ ਇਹਨਾਂ ਆਰਡਰਸ ਨੂੰ ਬਾਅਦ 'ਚ ਚੇਂਜ ਕਰ ਦਿੱਤਾ ਗਿਆ, ਦਰੁਸਤ ਕਰ ਲਿਆ ਗਿਆ, ਪਰ ਜਿਹੜੇ ਪਹਿਲੇ ਆਰਡਰਸ ਆਏ ਨੇ ਕਿ ਮੁਕਤਸਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਦੀਆਂ ਜਿਹੜੀਆਂ ਦੁਕਾਨਾਂ ਨੇ ਉਹ ਨਹੀਂ ਖੁੱਲਣਗੀਆਂ, ਪਰ ਸ਼ਰਾਬ ਦੀ ਘਰ ਘਰ ਵਿਕਰੀ ਹੋਏਗੀ, ਘਰ ਘਰ ਇਸ ਦੀ ਸਪਲਾਈ ਹੋਏਗੀ, ਹੋਮ ਡਿਲੀਵਰੀ ਹੋਏਗੀ। ਔਰ ਇਹ ਜਿਹੜੇ ਆਰਡਰ ਸੀ, ਜਿਵੇਂ ਅਮੂਮਨ ਕੋਈ ਡਿਪਟੀ ਕਮਿਸ਼ਨਰ ਬਾਕੀ ਵੀ ਆਰਡਰ ਜਾਰੀ ਕਰਦੇ ਨੇ ਦੁਕਾਨਾਂ ਦੇ, ਉਹਨਾਂ 'ਚ ਲਿਖਿਆ ਹੁੰਦਾ ਕਿ ਇਹ ਪ੍ਰੈਸ ਦੇ ਮਾਧਿਅਮ ਰਾਹੀਂ ਜਾਂ ਧਾਰਮਿਕ ਸਥਾਨਾਂ ਰਾਹੀਂ ਮਨਾਦੀ ਕਰਾ ਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ, ਔਰ ਇਹ ਸ਼ਰਾਬ ਵਾਲੇ ਆਰਡਰਾਂ 'ਚ ਵੀ ਇਹੀ ਲਿਖ ਦਿੱਤਾ ਗਿਆ ਸੀ, ਹਾਲਾਂਕਿ ਬਾਅਦ 'ਚ ਦਰੁਸਤ ਕਰ ਲਿਆ। ਤੁਹਾਡਾ ਪ੍ਰਤੀਕਰਮ ਕੀ ਹੈ? ਪਹਿਲੀ ਗੱਲ ਤਾਂ ਵਿਜੇਪਾਲ ਜੀ ਇਹ ਹੈ ਕਿ ਦੇਖੋ ਜਿਹੜੇ ਹਾਲਾਤ ਬਣੇ ਹੋਏ ਆ ਮਹਾਮਾਰੀ ਦੇ, ਕਰੋਨਾ ਕਰਕੇ ਲੋਕਾਂ ਨੂੰ ਇਸ ਵੇਲੇ ਭੋਜਨ ਦੀ ਲੋੜ ਹੈ, ਰੋਟੀ ਦੀ ਲੋੜ ਹੈ, ਕਿਉਂਕਿ ਕੰਮਕਾਰ ਰੁਕੇ ਹੋਏ ਆ, ਚਾਹੇ ਉਹ ਮਜ਼ਦੂਰ ਵਰਗ ਆ, ਕਿਸਾਨ ਵਰਗ ਆ, ਮੱਧ ਵਰਗ ਦੇ ਲੋਕਾਂ ਦੇ ਵੀ ਹਾਲਾਤ ਜਿਹੜੇ ਬੜੇ ਮਾੜੇ ਆ। ਸਰਕਾਰ ਨੂੰ ਤਾਂ ਚਾਹੀਦਾ ਵੀ ਉਹ ਘਰ ਘਰ ਲੋਕਾਂ ਨੂੰ ਭੋਜਨ ਪਹੁੰਚਾਉਣ। ਸ਼ਰਾਬ ਦੇ ਬਿਨਾਂ ਤਾਂ ਸਰ ਸਕਦਾ, ਭੋਜਨ ਬਿਨਾਂ, ਰੋਟੀ ਬਿਨਾਂ ਸਰੀਰ ਨਹੀਂ ਚੱਲਦਾ। ਪਰ ਜਿਹੜੀ ਸਰਕਾਰ ਹੈ ਉਹ ਆਪਣੇ ਬਿਜ਼ਨਸ ਤੇ ਪਈ ਹੋਈ ਹੈ, ਵਪਾਰ ਤੇ ਪਈ ਹੋਈ ਹੈ। ਉਹਨੂੰ ਆਪਣੀ ਸ਼ਰਾਬ ਚਾਲੂ ਕਰਨ ਦੀ ਹੈ ਕਿ ਉਹਦੇ ਤੋਂ ਰੈਵਨਿਊ ਸਾਨੂੰ ਇਕੱਠਾ ਹੋਵੇ। ਮੈਂ ਵਿਦੇਸ਼ਾਂ ਵਿੱਚ ਦੇਖ ਰਿਹਾ ਕਿ ਵਿਦੇਸ਼ਾਂ ਦੇ ਜਿਹੜੇ ਪ੍ਰਧਾਨ ਮੰਤਰੀ ਜੀ ਨੇ ਉਹਨਾਂ ਨੇ ਤਾਂ ਲੋਕਾਂ ਵਾਸਤੇ ਰਾਹਤ ਫੰਡ ਸ਼ੁਰੂ ਕੀਤੇ ਨੇ, ਉਹਨਾਂ ਨੂੰ ਬਕਾਇਦਾ ਜਿਹੜੇ ਆ ਉਹਨਾਂ ਵਾਸਤੇ ਪੈਕੇਜ ਜਾਰੀ ਕੀਤੇ ਨੇ। ਪਰ ਜਿੱਥੋਂ ਤੱਕ ਸਾਡੇ ਦੇਸ਼ ਦੀ ਗੱਲ ਹੈ, ਚਾਹੇ ਉਹ ਪ੍ਰਧਾਨ ਮੰਤਰੀ ਹੈ, ਚਾਹੇ ਉਹ CM ਪੰਜਾਬ ਆ, ਉਹਨਾਂ ਨੇ ਆਪਣੇ ਰਾਹਤ ਫੰਡ ਜਾਰੀ ਕਰ ਦਿੱਤੇ ਨੇ ਕਿ ਸਾਨੂੰ ਪਾਓ, ਸਾਨੂੰ ਦਿਓ। ਤੇ ਇਹ ਤੋਂ ਮੈਂ ਸਮਝਦਾ ਵੀ ਸਾਡੇ ਦੇਸ਼ ਦੇ, ਸਾਡੇ ਸਟੇਟ ਦੇ ਹਾਲਾਤ ਕੀ ਆ ਕਿ ਇੱਕ ਪਾਸੇ ਜਿਹੜੇ ਬਹੁਤ ਹੀ ਆਲਾ ਅਫਸਰ IAS ਆਫੀਸਰ ਜਿਹੜੇ ਨੇ ਉਹਨਾਂ ਦਾ ਮੈਂ ਵੇਖ ਰਿਹਾ ਕਿ IQ ਲੈਵਲ ਕੀ ਆ ਉਹਨਾਂ ਦਾ, ਜਾਂ ਉਹਨਾਂ ਦੀ ਸੋਚ ਕੀ ਆ। ਉਹਨਾਂ ਨੂੰ ਸਾਡੇ ਸ਼ਾਇਦ ਜਿਹੜੇ ਪੰਜਾਬ ਦੇ ਨਹੀਂ ਆ ਉਹਨਾਂ ਨੂੰ ਸਾਡੇ ਕਲਚਰ ਬਾਰੇ ਨਹੀਂ ਪਤਾ, ਸਾਡੀਆਂ ਧਾਰਮਿਕ ਰੋਹ ਰੀਤਾਂ ਮਰਿਆਦਾ ਬਾਰੇ ਨਹੀਂ ਪਤਾ ਕਿ ਉਹ ਸ਼ਰਾਬ ਦੀਆਂ ਅਨਾਉਂਸਮੈਂਟਾਂ ਵੀ ਗੁਰਦੁਆਰਿਆਂ ਜਾਂ ਧਾਰਮਿਕ ਸਥਾਨਾਂ ਤੇ ਕਰਾਉਣਾ ਚਾਹੁੰਦੇ ਆ। ਬੜੀ ਮੰਦਭਾਗੀ ਗੱਲ ਆ, ਮੈਂ ਇਹਦੀ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਪਰ ਇਹਦੇ 'ਚ ਸਵਾਲ ਦਾਦੂਵਾਲ ਸਾਹਿਬ ਇਹ ਵੀ ਹੈ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਚਲੋ ਦੂਸਰੀਆਂ ਰਾਜਾਂ ਦੇ ਨਾਲ ਸੰਬੰਧਿਤ ਨੇ ਜਿਹੜੇ IAS ਅਧਿਕਾਰੀ ਨੇ ਜਾਂ ਉਹਨਾਂ ਨੂੰ ਰੋਹ ਰੀਤਾਂ ਬਾਰੇ ਨਹੀਂ ਪਤਾ, ਪਰ ਇਹ ਆਰਡਰਸ ਤੇ ਡਿਪਟੀ ਕਮਿਸ਼ਨਰ ਖੁਦ ਤੇ ਲਿਖਦੇ ਕੱਢਦੇ ਨਹੀਂ ਹੈ ਤੇ ਬਾਕੀ ਸਟਾਫ ਵੀ ਇਸ ਦੇ ਵਿੱਚ ਜਿਹੜਾ ਉਹਨਾਂ ਦਾ ਅਮਲਾ ਫੈਲਾ ਹੁੰਦਾ ਸਾਰਾ ਉਹਦੇ ਵੱਲੋਂ ਵੀ ਕੱਢੇ ਜਾਂਦੇ ਆ। ਸੋ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਸਕਦਾ ਕਿ ਗਲਤੀ ਸਾਰਿਆਂ ਦੀ ਹੈ ਇਸ ਦੇ ਵਿੱਚ। ਬਿਲਕੁਲ ਜੀ, ਗਲਤੀ ਜਿਹੜੀ ਇਸ ਤਰ੍ਹਾਂ ਦੀਆਂ ਬਾਰ-ਬਾਰ ਗਲਤੀਆਂ, ਅਸੀਂ ਹੈਰਾਨ ਆ ਇਸ ਗੱਲ ਤੇ ਵੀ ਸਾਡੇ ਧਰਮ ਨੂੰ ਹੀ ਹਿੱਟ ਕਰਕੇ ਕਿਉਂ ਇਸ ਤਰ੍ਹਾਂ ਦੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ, ਜਦੋਂ ਕਿ ਇਹਨਾਂ ਚੀਜ਼ਾਂ ਦੇ ਨਾਲ ਹਾਲਾਤ ਜਿਹੜੇ ਆ ਕਿੰਨੇ ਖਰਾਬ ਹੁੰਦੇ ਆ। ਜਦੋਂ ਇਸ ਦਾ ਵਿਰੋਧ ਜਾਰੀ ਹੋ ਗਿਆ ਤੇ ਤਾਂ ਕਰਕੇ ਜਿਹੜੇ ਨਵੇਂ ਆਰਡਰ ਜਾਰੀ ਹੋ ਗਏ ਆ, ਜੇਕਰ ਇਸ ਦਾ ਵਿਰੋਧ ਜਾਰੀ ਨਾ ਕਰਦੇ ਤਾਂ ਹੋ ਸਕਦਾ ਇਹ ਧਾਰਮਿਕ ਸਥਾਨਾਂ ਤੋਂ ਅਨਾਉਂਸਮੈਂਟਾਂ ਵੀ ਕਰਾ ਦਿੰਦੇ, ਕਿਉਂਕਿ ਇਸ ਵੇਲੇ ਲੋਕ ਘਰਾਂ ਵਿੱਚ ਬੈਠੇ ਆ ਔਰ ਪੁਲਿਸ ਪ੍ਰਸ਼ਾਸਨ ਜਿਹੜੀ ਆ ਉਹ ਫੀਲਡ ਦੇ ਵਿੱਚ ਆ ਤੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ DC ਜਿਹੜੇ ਨੇ ਉਹ ਕੁਛ ਵੀ ਕਰਵਾ ਸਕਦੇ ਆ। ਤੋ ਇਹ ਜਿਹੜੇ ਅਨਾਉਂਸਮੈਂਟਾਂ ਵੀ ਜਾਰੀ ਕਰਾ ਸਕਦੇ ਸੀ ਜੇਕਰ ਇਸ ਦਾ ਵਿਰੋਧ ਜਾਰੀ ਨਾ ਹੁੰਦਾ।
ਧੰਨਵਾਦ ਬਲਜੀਤ ਸਿੰਘ ਦਾਦੂਵਾਲ ਜੀ ਸਾਡੇ ਨਾਲ ਜੁੜਨ ਲਈ, ਗੱਲਬਾਤ ਕਰਨ ਦੇ ਲਈ। ਤਾਂ ਇਸ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਹੈ ਸਿੱਖ ਆਗੂਆਂ ਵੱਲੋਂ, ਔਰ ਤਰਕ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੀ ਇਹੀ ਦਿੱਤਾ ਹੈ ਕਿ ਜਿਹੜੇ ਡਿਪਟੀ ਕਮਿਸ਼ਨਰ ਨੇ, ਕਈ ਡਿਪਟੀ ਕਮਿਸ਼ਨਰ ਪੰਜਾਬ ਨਾਲ ਸੰਬੰਧਿਤ ਨਹੀਂ, ਦੂਸਰੇ ਸੂਬਿਆਂ ਨਾਲ ਸੰਬੰਧਿਤ ਨੇ, ਔਰ ਉਹਨਾਂ ਨੂੰ ਕਈ ਵਾਰੀ ਰੌ ਰੀਤਾਂ ਦਾ ਪਤਾ ਨਹੀਂ ਹੁੰਦਾ। ਇਸ ਕਰਕੇ ਉਹਨਾਂ ਵੱਲੋਂ ਐਸੇ ਆਰਡਰਸ, ਜਿਹੜੇ ਰੂਟੀਨ ਦੇ ਵਿੱਚ ਪਹਿਲਾਂ ਆਰਡਰਸ ਜਾਰੀ ਕੀਤੇ ਜਾ ਰਹੇ ਸੀ ਖਾਣ ਪੀਣ ਦੇ ਸਮਾਨ ਨੂੰ ਲੈ ਕੇ, ਸਬਜ਼ੀਆਂ ਨੂੰ ਲੈ ਕੇ, ਦੁਕਾਨਾਂ ਖੋਲ੍ਹਣ ਨੂੰ ਲੈ ਕੇ, ਉਹੀ ਆਰਡਰ ਸ਼ਰਾਬ ਦੇ ਸੰਦਰਭ ਦੇ ਵਿੱਚ ਵੀ ਜਾਰੀ ਕਰ ਦਿੱਤੇ ਗਏ, ਔਰ ਉਹਨਾਂ ਦੇ ਵਿੱਚ ਸ਼ਬਦਾਵਲੀ ਵੀ ਪੁਰਾਣੇ ਆਰਡਰਸ ਵਾਲੀ ਲਿਖ ਦਿੱਤੀ ਗਈ ਕਿ ਧਾਰਮਿਕ ਸਥਾਨਾਂ ਦੇ ਜ਼ਰੀਏ ਮੁਨਾਦੀ ਕਰਾ ਕੇ ਲੋਕਾਂ ਨੂੰ ਦੱਸਿਆ ਜਾਵੇ, ਜਦੋਂ ਕਿ ਉਹਨਾਂ ਆਰਡਰਾਂ ਦੇ ਵਿੱਚ ਜਿਹੜੀ ਮੇਨ ਲਾਈਨ ਸੀ ਉਹ ਸ਼ਰਾਬ ਦੀ ਘਰ ਡਿਲੀਵਰੀ ਨੂੰ ਲੈ ਕੇ ਸੀ। ਤੇ ਚੰਡੀਗੜ੍ਹ ਤੋਂ ਇੱਕ ਖਬਰ ਆ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਡੀਜ਼ਲ ਪੈਟਰੋਲ ਜਿਹੜਾ ਹੈ ਮਹਿੰਗਾ ਕਰ ਦਿੱਤਾ ਗਿਆ ਹੈ। ਕਰੀਬ 3 ਰੁਪਏ ਦਾ ਵਾਧਾ ਡੀਜ਼ਲ ਪੈਟਰੋਲ ਦੇ ਰੇਟਾਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਵੈਟ 5% ਤੱਕ ਵਧਾ ਦਿੱਤਾ ਹੈ, ਜਿਸ ਨਾਲ ਡੀਜ਼ਲ ਪੈਟਰੋਲ ਦੇ ਰੇਟ ਆਟੋਮੈਟਿਕਲੀ ਵੱਧ ਗਏ ਨੇ। ਡੀਜ਼ਲ ਪੈਟਰੋਲ ਤੇ ਵੈਟ ਚੰਡੀਗੜ੍ਹ ਪ੍ਰਸ਼ਾਸਨ ਨੇ ਵਧਾ ਦਿੱਤਾ ਹੈ। ਸ਼ਰਾਬ ਵੀ ਚੰਡੀਗੜ੍ਹ ਦੇ ਵਿੱਚ ਮਹਿੰਗੀ ਹੋ ਸਕਦੀ ਹੈ। ਸ਼ਰਾਬ ਤੇ ਵੀ ਸੈਸ ਲਾਉਣ ਦੀ ਤਿਆਰੀ ਜਿਹੜੀ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਕਰ ਲਈ ਹੈ। ਇਸ ਵੇਲੇ ਸਰਕਾਰਾਂ ਜਦੋਂ ਇੱਕਦਮ ਹੁਣ ਲਾਕਡਾਊਨ ਚੋਂ ਬਾਹਰ ਨਿਕਲ ਰਹੀਆਂ ਨੇ, ਹੌਲੀ-ਹੌਲੀ ਬਾਜ਼ਾਰ ਖੋਲੇ ਜਾ ਰਹੇ ਨੇ, ਦੁਕਾਨਾਂ ਖੋਲੀਆਂ ਜਾ ਰਹੀਆਂ ਨੇ, ਲੋਕਾਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਇਹਨਾਂ ਸਹੂਲਤਾਂ ਦੇ ਵਿੱਚ ਸਰਕਾਰ ਆਪਣਾ ਖਜ਼ਾਨਾ ਵੀ ਭਰਨ ਦੀ ਕੋਸ਼ਿਸ਼ ਦੇ ਵਿੱਚ ਹੈ, ਔਰ ਇਸ ਦੇ ਲਈ ਸਭ ਤੋਂ ਵੱਡਾ ਜ਼ਰੀਆ ਖਜ਼ਾਨਾ ਭਰਨ ਦਾ ਡੀਜ਼ਲ ਪੈਟਰੋਲ ਔਰ ਸ਼ਰਾਬ ਦੇ ਮਾਲੀਏ ਨੂੰ ਬਣਾਇਆ ਜਾ ਰਿਹਾ ਹੈ, ਔਰ ਇਸੇ ਕਰਕੇ ਇਹਨਾਂ ਦੇ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਚਾਹੇ ਕੋਈ ਵੀ ਸਰਕਾਰ ਹੋਵੇ। ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜੁੜੇ ਨੇ ਚੰਡੀਗੜ੍ਹ ਬਾਰੇ ਹੋਰ ਗੱਲਬਾਤ ਕਰਨ ਦੇ ਲਈ। ਉਮੇਸ਼, ਜਿਵੇਂ ਆਪਾਂ ਪਿਛਲੇ ਦਿਨੀ ਦੇਖਿਆ, ਦਿੱਲੀ ਨੇ 70% ਸ਼ਰਾਬ ਤੇ ਵਧਾਇਆ ਟੈਕਸ, ਉਸ ਤੋਂ ਬਾਅਦ ਵੈਸਟ ਬੰਗਾਲ ਨੇ 75% ਵਧਾਤਾ, ਪੰਜਾਬ ਵੀ ਤਿਆਰੀ ਹੈ ਜੋ ਸਾਡੇ ਸੋਰਸਿਸ ਦੇ ਮੁਤਾਬਕ 30-35% ਪੰਜਾਬ ਵੀ ਅਗਲੇ ਦਿਨਾਂ 'ਚ ਇਨਕਰੀਜ਼ ਕਰ ਸਕਦਾ ਹੈ। ਇਸ ਬਾਰੇ ਚਰਚਾ ਚੱਲ ਰਹੀ ਹੈ, ਕੈਬਨਿਟ 'ਚ ਆਖਰੀ ਫੈਸਲਾ ਲਿਆ ਜਾਣਾ। ਉਸੇ ਤਰ੍ਹਾਂ ਤੇ ਹੁਣ ਚੰਡੀਗੜ੍ਹ ਹੈ ਕਿ ਡੀਜ਼ਲ ਪੈਟਰੋਲ ਜਾਂ ਸ਼ਰਾਬ ਦਾ ਜਿਹੜਾ ਮਾਲੀਆ ਹੈ ਇੱਥੋਂ ਹੀ ਸਰਕਾਰਾਂ ਆਪਦਾ ਰੈਵਨਿਊ ਇਕੱਠਾ ਕਰਨਗੀਆਂ, ਯਾਨੀ ਭਰਪਾਈ ਸਾਰੀ ਜਿਹੜੀ ਪਿਛਲੇ ਮਹੀਨੇ ਦੀ ਕਮੀ ਹੈ ਉਹ ਇੱਥੋਂ ਹੀ ਪੂਰੀ ਹੋਏਗੀ। ਬਿਲਕੁਲ ਵਿਜੇ, ਜਿੱਦਾਂ ਅਸੀਂ ਗੱਲ ਕਰੀਏ ਕਿ ਹਰਿਆਣੇ ਵਿੱਚ ਜਿੱਦਾਂ ਸ਼ਰਾਬ ਮਹਿੰਗੀ ਹੋਈ ਹੈ ਜਾਂ ਪੰਜਾਬ ਵਿੱਚ ਜਿੱਦਾਂ ਪੈਟਰੋਲ ਡੀਜ਼ਲ ਦੇ ਰੇਟਾਂ ਵਿੱਚ ਗੱਲ ਹੋਈ ਹੈ, ਉਦਾਂ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ 5% ਜਿਹੜਾ ਵੈਟ ਪੈਟਰੋਲ ਡੀਜ਼ਲ ਤੇ ਲਾਤਾ, ਰੇਟ ਵਧੇ ਨੇ, ਔਰ ਕਿਤੇ ਨਾ ਕਿਤੇ ਭਰਪਾਈ ਦੀ ਗੱਲ ਕਰਦੇ ਬਿਲਕੁਲ ਇਹ ਭਰਪਾਈ ਇਹਨੂੰ ਕਿਹਾ ਜਾਏਗਾ। ਔਰ ਇਹ ਕੱਲ ਦੀ ਗੱਲ ਚੱਲਦੀ ਪਈ ਸੀ, ਚੰਡੀਗੜ੍ਹ ਪ੍ਰਸ਼ਾਸਨ ਦੇ ਜਿਹੜੇ ਆਲਾ ਅਧਿਕਾਰੀ ਨੇ ਆਪਸ ਵਿੱਚ ਡਿਸਕਸ ਵੀ ਕੀਤੀ ਸੀ, ਔਰ ਅੱਜ ਇਹ ਵੀ ਸੀਗਾ ਕਿ ਅੱਜ ਜਿਹੜੀ ਫਾਈਨਲ ਇਹਨਾਂ ਦੀ ਵਾਰ ਜ਼ੋਨ ਦੀ ਮੀਟਿੰਗ ਹੁੰਦੀ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ। ਰੋਜ਼ ਸ਼ਾਮ ਨੂੰ ਗੱਲ ਹੋਈ ਕਿ 5% ਵੈਟ ਲਾ ਕੇ ਪੈਟਰੋਲ ਡੀਜ਼ਲ ਵਧਾਤਾ ਗਿਆ ਹੈ, ਔਰ ਨਾਲ ਇਹ ਵੀ ਕਿਹਾ ਗਿਆ ਕਿ ਨਾਲ ਦੇ ਸੂਬਿਆਂ ਦੇ ਮੁਤਾਬਿਕ ਫਿਰ ਵੀ ਚੰਡੀਗੜ੍ਹ 'ਚ ਰੇਟ ਘੱਟ ਨੇ ਜੇ ਕਿ ਜਿਹੜੇ ਹੈਗੇ ਵੀ ਨੇ, ਕਿਤੇ ਨਾ ਕਿਤੇ ਭਰਪਾਈ ਹੀ ਇਹਨੂੰ ਵਿਜੇ ਬਿਲਕੁਲ ਕਿਹਾ ਜਾਏਗਾ ਇਸ ਕਰੋਨਾ ਦੀ ਲੜਾਈ ਦੇ ਵਿੱਚ। ਜੀ ਵਿਜੇ ਜੀ ਉਮੇਸ਼, ਧੰਨਵਾਦ ਜਾਣਕਾਰੀ ਦੇ ਲਈ। ਤਾਂ ਕਰੋਨਾ ਦੀ ਇਸ ਲੜਾਈ ਦੇ ਵਿਚਾਲੇ ਇਹ ਭਰਪਾਈ ਹੈ, ਔਰ ਬੇਸਿਕਲੀ ਉਹਨਾਂ ਚੀਜ਼ਾਂ ਤੇ ਟੈਕਸ ਵਧਾਏ ਗਏ ਨੇ ਜਿਹੜੀਆਂ ਲੋਕਾਂ ਦੇ ਹੀ ਰੋਜ਼ਮਰਾ ਦੀ ਜ਼ਰੂਰਤ ਦੀਆਂ ਚੀਜ਼ਾਂ ਨੇ, ਆਮ ਉਪਭੋਗਤਾ ਹੈ। ਡੀਜ਼ਲ ਪੈਟਰੋਲ ਨੂੰ ਦੇਖਿਆ ਜਾਵੇ ਤਾਂ ਸਰਕਾਰਾਂ ਡੀਜ਼ਲ ਪੈਟਰੋਲ ਤੋਂ ਆਪਣਾ ਰੈਵਨਿਊ ਇਕੱਠਾ ਕਰ ਰਹੀਆਂ ਨੇ ਇਸ ਵੇਲੇ, ਜਦੋਂ ਕੱਚੇ ਤੇਲ ਦੀਆਂ ਕੀਮਤਾਂ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਡਿੱਗ ਚੁੱਕੀਆਂ ਨੇ। ਐਸੇ ਵਿੱਚ ਸਰਕਾਰ ਇਹਨਾਂ ਦੀਆਂ ਕੀਮਤਾਂ ਹੋਰ ਵਧਾ ਕੇ, ਯਾਨੀ ਵੱਡਾ ਮਾਲੀਆ ਡੀਜ਼ਲ ਪੈਟਰੋਲ ਤੋਂ ਇਕੱਠਾ ਕੀਤਾ ਜਾ ਰਿਹਾ, ਔਰ ਇਸ ਤੇ ਜਿਹੜੇ ਵੈਟ ਨੇ ਉਹ ਵਧਾਏ ਜਾ ਰਹੇ ਨੇ। ਤੇ ਹੁਣ ਗੱਲ ਕਰਦੇ ਹਾਂ ਮਜ਼ਦੂਰਾਂ ਦੀ। ਘਰ ਵਾਪਸੀ ਹੋ ਰਹੀ ਹੈ ਮਜ਼ਦੂਰਾਂ ਦੀ, ਔਰ ਆਪਣੀ ਘਰ ਵਾਪਸੀ ਦੇ ਲਈ ਮਜ਼ਦੂਰ ਕਾਲੇ ਨੇ, ਔਰ ਇਸੇ ਕਾਲ ਦੇ ਚੱਲਦੇ ਉਹ ਕਰੋਨਾ ਦਾ ਖੌਫ ਭੁੱਲ ਗਏ ਨੇ। ਹਸਪਤਾਲਾਂ ਦੇ ਬਾਹਰ ਲੰਮੀਆਂ ਕਤਾਰਾਂ ਦਿਖ ਰਹੀਆਂ ਨੇ। ਅੰਮ੍ਰਿਤਸਰ ਦੀ ਇੱਕ ਤਸਵੀਰ ਅੱਜ ਸਾਹਮਣੇ ਆਈ ਸੀ। ਸਕਰੀਨਿੰਗ ਕਰਵਾਉਣ ਦੇ ਲਈ ਵੱਡੀ ਗਿਣਤੀ 'ਚ ਮਜ਼ਦੂਰ ਪਹੁੰਚੇ, ਕਿਸੇ ਵੱਲੋਂ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਗਈ। ਪੁਲਿਸ ਪ੍ਰਸ਼ਾਸਨ ਨੂੰ ਮਜ਼ਦੂਰਾਂ ਨੂੰ ਸੰਭਾਲਣਾ ਔਖਾ ਹੋ ਗਿਆ। ਸਕਰੀਨਿੰਗ ਇਹਨਾਂ ਦੀ ਜ਼ਰੂਰੀ ਕੀਤੀ ਗਈ ਹੈ ਕਿ ਸਕਰੀਨਿੰਗ ਤੋਂ ਬਾਅਦ ਹੀ ਇਹ ਘਰ ਵਾਪਸੀ ਕਰ ਸਕਦੇ ਨੇ। ਇਸ ਕਰਕੇ ਸਕਰੀਨਿੰਗ ਕਰਾਉਣ ਦੇ ਲਈ ਵੱਡੀਆਂ ਕਤਾਰਾਂ, ਧੱਕਾ ਮੁੱਕੀ ਦੇਖੀ ਜਾ ਰਹੀ ਹੈ। ਪੰਜਾਬ ਤੋਂ ਸਪੈਸ਼ਲ ਟ੍ਰੇਨਾਂ ਚੱਲ ਰਹੀਆਂ ਨੇ, ਇਹਨਾਂ ਨੂੰ ਵੱਖ-ਵੱਖ ਥਾਵਾਂ ਤੋਂ ਭੇਜਿਆ ਜਾਣਾ ਹੈ, ਰਵਾਨਾ ਕੀਤਾ ਜਾਣਾ ਹੈ, ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ, ਔਰ ਜੋ ਰਜਿਸਟ੍ਰੇਸ਼ਨ ਦਾ ਆંકੜਾ ਹੈ
ਉਹ ਪੰਜਾਬ ਦੇ ਵਿੱਚ 10 ਲੱਖ ਦੇ ਕਰੀਬ ਹੈ। ਜੋ ਤਾਜ਼ਾ ਫਿਗਰਸ ਆਈਆਂ ਨੇ ਕਿ 10 ਲੱਖ ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੈ ਕਿ ਉਹ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਨੇ। ਸੋ ਐਸੇ ਵਿੱਚ ਇਹਨਾਂ ਭੀੜਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਿਛਲੇ 1-ਸਵਾ ਮਹੀਨੇ ਦੇ ਵਿੱਚ ਜੋ ਸਰਕਾਰਾਂ ਨੇ ਐਫਰਟ ਕੀਤੇ ਨੇ ਜਾਂ ਲੋਕਾਂ ਨੇ ਜੋ ਉਸ ਦੇ ਵਿੱਚ ਸਹਿਯੋਗ ਕੀਤਾ ਜਾਂ ਆਪਣੇ ਘਰਾਂ 'ਚ ਬੰਦ ਰਹਿ ਕੇ ਨਿਯਮਾਂ ਦਾ ਪਾਲਨ ਕੀਤਾ ਹੈ, ਹੁਣ ਉਹ ਸਭ ਕੁਝ 1-2 ਦਿਨਾਂ ਦੇ ਵਿੱਚ ਹੀ ਖਤਮ ਹੁੰਦਾ ਜਾਂ ਉਸ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਨੇ। ਤਸਵੀਰਾਂ ਅਸੀਂ ਫਤਿਹਗੜ੍ਹ ਸਾਹਿਬ ਤੇ ਅੰਮ੍ਰਿਤਸਰ ਦੀਆਂ ਦਿਖਾ ਰਹੇ ਹਾਂ। धर्मेंद्र पासवान क्या करने आए हैं यहाँ? मेडिकल कराने किस लिए? जाना ना बोले थे कि मेडिकल कराओ पहले। क्या नाम है आपका? चौथी हाँ, क्या कहना चाहोगे? यहाँ क्या करने आए हैं? यहाँ आए हैं मेडिकल करवाने सरकार की तरफ से। यूपी वापस जाना चाहते हो अपने घर? वापस जाना चाहते हो? नहीं सर। हाँ जी, वापस जाना चाहते हैं। वो क्यों? परेशानी है हर चीज़ का, कमरे किराया देना है, खुराकी पैसे नहीं, क्या किया जाएगा, काम भी नहीं चल रहा है तो। 18 बजे के बाद इतनी टाइम हो गई यहाँ पर आरएस में भेज रहे, बताइए किस ओर के हम लोग हैं? पहले क्या बताया गया था, कहाँ पे होगा टेस्ट? यहीं पर लाइन बना लो। एक लाइन हम लोग लगाए थे, उसके बाद 5-5 लाइन 4-4 लाइन हो गई। फिर अब भीड़ हुआ तो उधर जाए हम लोग, फिर काम हो जाएगा, फिर कहाँ जाएंगे? 7 ਮਜ਼ਦੂਰ ਮਹਾਰਾਸ਼ਟਰ ਤੋਂ ਸਾਈਕਲਾਂ ਤੇ ਹੀ ਪੰਜਾਬ ਪਹੁੰਚ ਗਏ। ਇਹਨਾਂ ਮਜ਼ਦੂਰਾਂ ਨੇ 13 ਦਿਨਾਂ ਦੇ ਵਿੱਚ ਇਹ ਸਫ਼ਰ ਤੈਅ ਕੀਤਾ। ਮੋਗਾ ਪਹੁੰਚਦਿਆਂ ਹੀ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਤੁਰੰਤ ਇਹਨਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਹ ਸਾਰੇ ਕੰਬਾਈਨਾਂ ਤੇ ਕੰਮ ਕਰਨ ਦੇ ਲਈ ਮਹਾਰਾਸ਼ਟਰ ਗਏ ਸਨ ਤੇ ਲੋਕਡਾਊਨ ਹੋਣ ਕਰਕੇ ਉੱਥੇ ਦੇ ਪਿੰਡ ਕੋਪਰ ਦੇ ਵਿੱਚ ਫਸ ਗਏ। ਇਹਨਾਂ ਮਜ਼ਦੂਰਾਂ ਨੇ ਦੱਸਿਆ ਕਿ ਰਸਤੇ 'ਚ ਉਹਨਾਂ ਨੂੰ ਨਾ ਤਾਂ ਕਿਤੇ ਰੋਕਿਆ ਗਿਆ ਤੇ ਨਾ ਹੀ ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਮੈਡੀਕਲ ਜਾਂਚ ਕੀਤੀ ਗਈ ਹੈ। ਸੋ ਸਾਈਕਲਾਂ ਤੇ ਇਹ ਮਜ਼ਦੂਰ ਮੋਗਾ ਪਹੁੰਚ ਗਏ ਮਹਾਰਾਸ਼ਟਰ ਤੋਂ ਚੱਲ ਕੇ। 13 ਦਿਨਾਂ ਦੇ ਵਿੱਚ ਇਹਨਾਂ ਮਜ਼ਦੂਰਾਂ ਵੱਲੋਂ ਇਹ ਸਫ਼ਰ ਤੈਅ ਕੀਤਾ ਗਿਆ। ਸਰ ਪਹੁੰਚੇ ਤਾਂ ਮੁਸੀਬਤਾਂ ਨਾਲ ਹੀ ਆ, ਪਰ ਪਹੁੰਚ ਗਏ ਜੀ ਇੱਥੇ ਟਿਕਾਣੇ ਤੇ। ਰਸਤੇ ਦੇ ਵਿੱਚ ਪ੍ਰੋਬਲਮਾਂ ਤਾਂ ਆਉਂਦੀਆਂ ਰਹੀਆਂ ਸਾਨੂੰ, ਪਰ ਫਿਰ ਵੀ ਅਸੀਂ ਉਹਨਾਂ ਦਾ ਸਾਹਮਣਾ ਕਰਦੇ ਕਰਦੇ ਇੱਥੇ ਪਹੁੰਚ ਗਏ ਹਾਂ। ਕਦੋਂ ਗਏ ਸੀਗੇ ਤੁਸੀਂ? ਸਰ ਅਸੀਂ ਗਏ ਸੀ 1 ਫਰਵਰੀ ਨੂੰ। ਕਿਵੇਂ ਗਏ ਸੀ ਉੱਥੇ? ਮਸ਼ੀਨਾਂ ਦੇ ਗਏ ਸੀਗੇ ਜੀ ਸਕੀਨ ਲਾਉਣ ਵਾਸਤੇ, ਟ੍ਰੇਨ ਤੇ ਗਏ